ਕੁਆਂਟਮ ਫੀਲਡ ਥਿਊਰੀ ਦੇ ਭਾਗ 12 ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ 3 ਟੌਪਿਕ ਪੜ੍ਹਾਂਗੇ। ਪਹਿਲਾ ਐਂਟੀ ਸਿਮੈਟਰਾਈਜ਼ੇਸ਼ਨ ਪਹੇਲੀ, ਦੂਜਾ ਸਪਿਨ ਹਾਫ ਤੇ ਅਗਲਾ ਸਪਿਨ 1। ਤਾਂ ਸ਼ੁਰੂਆਤ ਕਰਦੇ ਹਾਂ। ਐਂਟੀ ਸਿਮੈਟਰਾਈਜ਼ੇਸ਼ਨ ਪਹੇਲੀ। ਆਓ ਹੁਣ ਇੱਕ ਪਹੇਲੀ ਬਾਰੇ ਜਾਣੀਏ। ਮੰਨ ਲਓ ਦੋ ਫਰਮੀਓਨ ਕਣ ਜੁੜ ਕੇ ਇੱਕ ਬੋਸੋਨ ਰਚਦੇ ਹਨ। ਕੀ ਸਾਡੇ ਕੋਲ ਦੋ ਬੋਸੋਨ ਅਜਿਹੇ ਹੋ ਸਕਦੇ ਹਨ ਜੋ ਇੱਕੋ ਅਵਸਥਾ ਵਿੱਚ ਹੋਣ? ਸਰਵ ਸਧਾਰਨ ਸਵਾਲ ਇਹ ਹੈ ਕਿ ਬੋਸਨਾਂ ਦਾ ਵੇਵ ਫੰਕਸ਼ਨ ਦੋਵੇਂ ਬੋਸਨ ਕਣਾਂ ਦੇ ਆਪਸ ਵਿੱਚ ਵਟਾਏ ਜਾਣ ਤੇ ਉਹੀ ਰਹਿੰਦਾ ਮੰਨਿਆ ਜਾਂਦਾ ਹੈ। ਯਾਨੀ ਕਿ ਜੇਕਰ ਸਾਡੇ ਕੋਲ ਇੱਕ ਵੇਵ ਫੰਕਸ਼ਨ ਸਾਈ ਆਫ ਐਕਸ ਐਂਡ ਵਾਈ ਹੋਵੇ ਹੈ ਜੋ ਦੋ ਬੋਸਨ ਕਣਾਂ ਐਕਸ ਅਤੇ ਵਾਈ ਨੂੰ ਦਰਸਾਉਂਦਾ ਹੋਵੇ, ਤਾਂ ਨਿਯਮ ਇਹ ਹੈ ਕਿ ਫੰਕਸ਼ਨ ਕਣਾਂ ਨੂੰ ਵਟਾ ਕੇ ਲਿਖਣ ਤੇ ਵੀ ਇੱਕ ਸਮਾਨ ਹੀ ਰਹਿੰਦਾ ਹੈ। ਯਾਨੀ ਕਿ phi psi of x y is equal to psi of y and x। ਯਾਨੀ ਕਿ x ਦੀ ਜਗ੍ਹਾ ਅਸੀਂ y ਲਿਖ ਦਈਏ ਤੇ y ਦੀ ਜਗ੍ਹਾ x ਲਿਖ ਦਈਏ ਤਾਂ ਵੀ ਇਹ ਫੰਕਸ਼ਨ ਬਰਾਬਰ ਹੀ ਰਹਿੰਦਾ ਹੈ। ਜੋ ਇਹ ਕਹਿਣ ਦਾ ਦੂਜਾ ਤਰੀਕਾ ਹੈ ਕਿ ਅਸੀਂ ਦੋ ਬੋਸੋਨ ਕਣਾਂ ਦੇ ਦਰਮਿਆਨ ਫਰਕ ਨਹੀਂ ਕਰ ਸਕਦੇ। ਇਹਨਾਂ ਦਾ ਵਟਾਂਦਰਾ ਆਪਸ ਵਿੱਚ ਬਦਲਣਯੋਗ ਹੁੰਦਾ ਹੈ। ਇਸ ਮਾਮਲੇ ਵਿੱਚ ਸਾਡੇ ਕੋਲ ਨਿਸ਼ਚਿਤ ਤੌਰ ਤੇ ਦੋ ਕਣ ਇੱਕੋ ਅਵਸਥਾ ਵਿੱਚ ਹੋ ਸਕਦੇ ਹਨ। ਉਦਾਹਰਣ ਦੇ ਤੌਰ ਤੇ ਸਾਈ ਇੱਕ ਗੁਣਨਫਲ ਵੇਵ ਫੰਕਸ਼ਨ ਦੇ ਤੌਰ ਤੇ ਹੋ ਸਕਦਾ ਹੈ। ਅਰਥਾਤ ਇਹ ਸਾਈ ਵੇਵ ਫੰਕਸ਼ਨ ਦੋ ਹੋਰ ਵੇਵ ਫੰਕਸ਼ਨਾਂ ਫਾਈ ਆਫ ਐਕਸ ਐਂਡ ਫਾਈ ਆਫ ਵਾਈ ਦਾ ਗੁਣਨਫਲ ਹੋ ਸਕਦਾ ਹੈ। ਯਾਨੀ ਕਿ ਸਾਈ ਆਫ ਐਕਸ ਐਂਡ ਵਾਈ ਇਜ਼ ਇਕੁਅਲ ਟੂ ਫਾਈ ਆਫ ਐਕਸ ਮਲਟੀਪਲਾਈਡ ਬਾय ਫਾਈ ਆਫ ਵਾਈ। ਜੋ ਕਿ ਇੱਕ ਦੋ ਕਣਾਂ ਵਾਲੀ ਅਵਸਥਾ ਹੁੰਦੇ ਹਨ, ਜਿਸ ਵਿੱਚ ਹਰੇਕ ਕਣ ਅਵਸਥਾ ਫਾਈ ਵੇਵ ਫੰਕਸ਼ਨ ਦੇ ਨਾਲ ਦਰਸਾਈ ਜਾਣ ਵਾਲੀ ਅਵਸਥਾ ਹੁੰਦੀ ਹੈ। ਇਹ ਗੁਣਨਫਲ ਵੇਵ ਫੰਕਸ਼ਨ ਵਟਾ ਕੇ ਲਿਖਣ ਨਾਲ ਵੀ ਸਮਰੂਪਤਾ ਬਣਾਈ ਰੱਖਦਾ ਹੈ। ਯਾਨੀ ਕਿ ਸਾਈ ਆਫ ਐਕਸ ਐਂਡ ਵਾਈ is equal to phi of x multiplied by phi of y is equal to phi of y and multiplied by phi of x। ਯਾਨੀ ਕਿ ਇਹਨਾਂ ਨੂੰ ਉਲਟਾ ਕਰਕੇ ਵੀ ਲਿਖ ਦਈਏ ਅਸੀਂ ਤਾਂ ਵੇਵ ਫੰਕਸ਼ਨ ਤਾਂ ਵੀ ਉਹੀ ਰਹਿੰਦਾ। ਵੇਵ ਫੰਕਸ਼ਨ ਆਪਰੇਟਰ ਨਹੀਂ ਹੁੰਦੇ, ਇਸ ਲਈ ਇਹ ਵਟਾ ਕੇ ਗੁਣਨਫਲ ਕਰਨ ਨਾਲ ਵੀ ਉਹੀ ਨਤੀਜਾ ਦਿੰਦੇ ਹਨ। ਕਿਉਂਕਿ ਆਪਰੇਟਰ ਜੋ ਉਹ ਉਲਟਾ ਕੇ ਲਿਖ ਕੇ ਅਗਰ ਉਹਨਾਂ ਨੂੰ ਗੁਣਾ ਕੀਤਾ ਜਾਵੇ ਤਾਂ ਉਹਨਾਂ ਦਾ ਨਤੀਜਾ ਹੋਰ ਨਿਕਲਦਾ ਹੈ। ਪਰ ਵੇਵ ਫੰਕਸ਼ਨ ਕਿਉਂਕਿ ਆਪਰੇਟਰ ਨਹੀਂ ਹੁੰਦੇ, ਇਸ ਦੇ ਲਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਲਟਾ ਕੇ ਲਿਖਣ ਨਾਲ। ਹੁਣ ਫਰਮੀਓਨਾਂ ਤੇ ਵਿਚਾਰ ਕਰਦੇ ਹਾਂ, ਜਿਨ੍ਹਾਂ ਦੇ ਲਈ ਨਿਯਮ ਇਹ ਹੁੰਦਾ ਹੈ ਕਿ ਜੇਕਰ ਅਸੀਂ ਦੋ ਫਰਮੀਓਨ ਕਣਾਂ ਨੂੰ ਵਟਾਉਣਾ ਹੋਵੇ ਤਾਂ ਵੇਵ ਫੰਕਸ਼ਨ ਦਾ ਆਪਸੀ ਚਿੰਨ੍ਹ ਬਦਲ ਜਾਂਦਾ ਹੈ। ਯਾਨੀ ਕਿ ਫਰਮੀਓਨਾਂ ਦੇ ਵਿੱਚ ਅਗਰ ਸਾਈ ਆਫ ਐਕਸ ਐਂਡ ਵਾਈ ਦਾ ਅਗਰ ਇਹਦੇ ਵਿੱਚ ਐਕਸ ਐਂਡ ਵਾਈ ਨੂੰ ਉਲਟਾ ਕੇ ਲਿਖੀਏ, ਵਾਈ ਐਂਡ ਐਕਸ ਲਿਖੀਏ, ਤਾਂ ਵੇਵ ਫੰਕਸ਼ਨ ਦੇ ਅੱਗੇ ਮਾਈਨਸ ਚਿੰਨ੍ਹ ਆ ਜਾਂਦਾ। ਮੰਨ ਲਓ ਹੁਣ ਸਾਡੇ ਕੋਲ ਦੋ ਕਣਾਂ ਦਾ ਕੋਈ ਅਜਿਹਾ ਵੇਵ ਫੰਕਸ਼ਨ ਹੈ ਜੋ
ਸਿਮੈਟ੍ਰਿਕ ਨਾ ਹੁੰਦਾ ਨਾ ਸਿਮੈਟ੍ਰਿਕ ਹੁੰਦਾ ਹੈ ਤੇ ਨਾ ਐਂਟੀ ਸਿਮੈਟ੍ਰਿਕ ਹੁੰਦਾ ਹੈ, ਤਾਂ ਕਿ ਅਸੀਂ ਉਸਦੇ ਵਿੱਚੋਂ ਕੋਈ ਅਜਿਹੀ ਚੀਜ਼ ਬਣਾ ਸਕਦੇ ਹਾਂ ਜੋ ਸਿਮੈਟ੍ਰਿਕ ਜਾਂ ਐਂਟੀ ਸਿਮੈਟ੍ਰਿਕ ਹੋਵੇ। ਮੰਨ ਲਓ ਇਸ ਨੂੰ ਅਸੀਂ ਫਾਈ ਆਫ ਐਕਸ ਐਂਡ ਵਾਈ ਕਹਿੰਦੇ ਹਾਂ, ਜਿਸ ਨੂੰ ਉਲਟਾ ਕੇ ਫਾਈ ਆਫ ਵਾਈ ਐਂਡ ਐਕਸ ਲਿਖਣ ਦੇ ਨਾਲ ਨਾ ਇਹ ਚਿੰਨ੍ਹ ਬਦਲਦਾ ਹੈ ਤੇ ਨਾ ਇਹ ਉਹੀ ਰਹਿੰਦਾ ਹੈ। ਜੇਕਰ ਇਸ ਤੋਂ ਅਸੀਂ ਬੋਸੋਨਾਂ ਲਈ ਕੋਈ ਸਿਮੈਟ੍ਰਿਕ ਵੇਵ ਫੰਕਸ਼ਨ ਬਣਾਉਣਾ ਹੋਵੇ ਤਾਂ ਅਸੀਂ ਇਸ ਫੰਕਸ਼ਨ ਦੇ ਕਣਾਂ ਨੂੰ ਵਟਾ ਕੇ ਇਸ ਵੇਵ ਫੰਕਸ਼ਨ ਵਿੱਚ ਜੋੜ ਕੇ ਲਿਖ ਸਕਦੇ ਹਾਂ। ਤਾਂ ਸਿਮੈਟ੍ਰਿਕ ਵੇਵ ਫੰਕਸ਼ਨ ਇਜ਼ ਇਕੁਅਲ ਟੂ ਫਾਈ ਆਫ ਐਕਸ ਐਂਡ ਵਾਈ ਪਲੱਸ ਫਾਈ ਆਫ ਵਾਈ ਐਂਡ ਐਕਸ, ਯਾਨੀ ਕਿ ਇਸ ਨੂੰ ਉਲਟਾ ਕੇ ਲਿਖ ਕੇ ਇਸ ਦੇ ਵਿੱਚ ਜੋੜ ਸਕਦੇ ਹਾਂ ਅਸੀਂ, ਤਾਂ ਅਸੀਂ ਇਸ ਦੇ ਨਾਲ ਬੋਸੋਨਾਂ ਦੇ ਲਈ ਇੱਕ ਸਿਮੈਟ੍ਰਿਕ ਵੇਵ ਫੰਕਸ਼ਨ ਬਣਾ ਸਕਦੇ ਹਾਂ। ਹੁਣ ਸਪਸ਼ਟ ਤੌਰ ਤੇ ਸਿਮੈਟ੍ਰਿਕ ਵੇਵ ਫੰਕਸ਼ਨ ਬਣ ਜਾਂਦਾ ਹੈ ਕਿ ਜੇਕਰ ਅਸੀਂ ਐਕਸ ਐਂਡ ਵਾਈ ਨੂੰ ਆਪਸ ਵਿੱਚ ਵਟਾਉਂਦੇ ਹਾਂ ਤਾਂ ਫਾਈ ਆਫ ਐਕਸ ਐਂਡ ਵਾਈ ਗੋਜ਼ ਟੂ ਫਾਈ ਆਫ ਵਾਈ ਐਂਡ ਐਕਸ ਬਣ ਜਾਂਦਾ ਹੈ, ਅਤੇ ਫਾਈ ਆਫ ਵਾਈ ਐਂਡ ਐਕਸ ਗੋਜ਼ ਟੂ ਫਾਈ ਆਫ ਐਕਸ ਐਂਡ ਵਾਈ ਬਣ ਜਾਂਦਾ ਹੈ, ਜਿਸ ਨਾਲ ਪੂਰੀ ਸਮੀਕਰਨ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇੱਥੇ ਦੋਵਾਂ ਦਾ ਜੋੜ ਹੈ। ਇਹ ਵਾਲਾ ਫੰਕਸ਼ਨ ਅਗਰ ਇਹ ਬਣ ਜਾਵੇ, ਇਹ ਵਾਲਾ ਫੰਕਸ਼ਨ ਪਹਿਲਾ ਵਾਲਾ ਬਣ ਜਾਵੇ ਤਾਂ ਦੋਨਾਂ ਦਾ ਜੋੜ ਸੇਮ ਰਹਿੰਦਾ ਹੈ। ਇਹ ਬੋਸੋਨਾਂ ਲਈ ਕਿਸੇ ਵੀ ਦੋ ਕਣਾਂ ਦੇ ਵੇਵ ਫੰਕਸ਼ਨ ਦੇ ਲਈ ਬੋਸੋਨਿਕ ਵੇਵ ਫੰਕਸ਼ਨ ਬਣ ਜਾਂਦਾ ਹੈ। The symmetric wave function phi of x and y plus phi of y and x। ਫਾਰਮੂਲਾ ਦੇ ਲਈ ਅਸੀਂ ਦੋਵੇਂ ਵੇਵ ਫੰਕਸ਼ਨਾਂ ਦਾ ਅੰਤਰ ਲਿਖਾਂਗੇ। ਐਂਟੀ ਸਿਮੈਟ੍ਰਿਕ ਵੇਵ ਫੰਕਸ਼ਨ ਇਜ਼ ਇਕੁਅਲ ਟੂ ਫਾਈ ਆਫ ਐਕਸ ਐਂਡ ਵਾਈ ਮਾਈਨਸ ਫਾਈ ਆਫ ਵਾਈ ਐਂਡ ਐਕਸ। ਅਸੀਂ ਦੇਖ ਸਕਦੇ ਹਾਂ ਕਿ ਪਹਿਲਾ ਹਿੱਸਾ ਫਾਰਮੂਲਾ ਦੇ ਮਾਮਲੇ ਵਿੱਚ ਵਟਾਉਣ ਤੇ ਲਿਖਣ ਦੇ ਨਾਲ ਮਾਈਨਸ ਹੋ ਜਾਂਦਾ ਹੈ ਤੇ ਦੂਜਾ ਹਿੱਸਾ ਪਲੱਸ ਚਿੰਨ੍ਹ ਵਾਲਾ ਹੋ ਜਾਂਦਾ ਹੈ, ਯਾਨੀ ਕਿ ਸੰਪੂਰਨ ਸਮੀਕਰਨ ਉਲਟ ਚਿੰਨ੍ਹ ਵਾਲੀ ਹੋ ਜਾਂਦੀ ਹੈ। ਇੱਥੇ ਅਸੀਂ ਅਗਰ ਇੱਥੇ ਮਾਈਨਸ ਲਿਖਦੇ ਹਾਂ ਤਾਂ ਅਸੀਂ ਇਸ ਨੂੰ ਦੇਖ ਸਕਦੇ ਹਾਂ ਕਿ ਫਾਈ ਆਫ ਐਕਸ ਐਂਡ ਵਾਈ ਹੈ ਜੋ ਇਹ ਮਾਈਨਸ ਵਾਈ ਆਫ ਐਕਸ ਬਣ ਜਾਂਦਾ ਹੈ, ਤੇ ਮਾਈਨਸ ਵਾਈ ਆਫ ਐਕਸ ਹੈ ਇਹ ਉਲਟਾ ਕੇ ਪਲੱਸ ਵਾਲਾ ਬਣ ਜਾਂਦਾ ਹੈ। ਇਸ ਲਈ ਇਹ ਫਾਰਮੂਲਾ ਵਾਸਤੇ ਕਿਸੇ ਦੋ ਕਣਾਂ ਦੇ ਲਈ ਵੇਵ ਫੰਕਸ਼ਨ ਹੈ। ਇਹਨਾਂ ਪ੍ਰਕਿਰਿਆਵਾਂ ਨੂੰ ਸਿਮੈਟਰਾਈਜ਼ਿੰਗ ਅਤੇ ਐਂਟੀ ਸਿਮੈਟਰਾਈਜ਼ਿੰਗ ਕਹਿੰਦੇ ਹਨ, ਜਿਨ੍ਹਾਂ ਦਾ ਪੰਜਾਬੀ ਨਾਮ ਸਮਰੂਪੀਕਰਨ ਅਤੇ ਅਸਮਰੂਪੀਕਰਨ ਰੱਖਿਆ ਜਾ ਸਕਦਾ ਹੈ। ਮੰਨ ਲਓ ਹੁਣ ਸਾਡੇ ਕੋਲ 4 ਫਾਰਮੀਓਨ ਕਣਾਂ ਹਨ। 4 ਫਾਰਮੀਓਨਾਂ ਦੇ ਲਈ ਕੀ ਨਿਯਮ ਹੋਣੇ ਚਾਹੀਦੇ ਹਨ? ਤਰਲਤਾ ਦੇ ਲਈ ਅਸੀਂ 2 ਅਲੱਗ-ਅਲੱਗ ਕਿਸਮ ਦੇ ਫਾਰਮੀਓਨ ਲੈਂਦੇ ਹਾਂ। ਉਦਾਹਰਨ ਦੇ ਤੌਰ ਤੇ ਜਿਵੇਂ ਹਾਈਡਰੋਜਨ ਐਟਮ ਦੇ 2 ਪ੍ਰੋਟੋਨ ਤੇ 2 ਇਲੈਕਟ੍ਰੋਨ। ਹੁਣ ਸਾਡੇ ਕੋਲ ਇੱਕ 4 ਕਣਾਂ ਦਾ ਵੇਵ ਫੰਕਸ਼ਨ ਹੁੰਦਾ ਹੈ। ਆਓ ਇਲੈਕਟ੍ਰੋਨਾਂ ਨੂੰ x ਕਹੀਏ ਤੇ ਪ੍ਰੋਟੋਨਾਂ ਨੂੰ y ਕਹੀਏ, ਅਤੇ ਸੰਯੁਕਤ ਵੇਵ ਫੰਕਸ਼ਨ ਸਾਈ ਨੂੰ ਅਸੀਂ ਇਸ ਤਰੀਕੇ ਨਾਲ ਲਿਖਾਂਗੇ, ਸਾਈ ਆਫ x1 x2 y1 y2। ਇਸ ਤਰ੍ਹਾਂ ਇਹ ਵੇਵ ਫੰਕਸ਼ਨ 4 ਵੇਰੀਏਬਲਾਂ ਦਾ ਫੰਕਸ਼ਨ ਹੁੰਦਾ ਹੈ। ਪਹਿਲਾ ਨਿਯਮ ਇਹ ਹੈ ਕਿ ਜੇਕਰ ਅਸੀਂ 2 ਇਲੈਕਟ੍ਰੋਨਾਂ x ਗੋਜ਼ ਟੂ x2 ਨੂੰ ਆਪਸ ਵਿੱਚ ਵਟਾਉਂਦੇ ਹਾਂ ਤਾਂ ਵੇਵ ਫੰਕਸ਼ਨ ਦਾ ਚਿੰਨ੍ਹ ਬਦਲ ਜਾਂਦਾ ਹੈ। ਸੋ ਇਸ ਤੱਥ ਤੋਂ ਪਤਾ ਲੱਗਦਾ ਹੈ ਕਿ ਇਲੈਕਟ੍ਰੋਨ ਫਰਮੀਓਨ ਹਨ। ਦੂਜਾ ਨਿਯਮ ਇਹ ਹੈ ਕਿ ਵੇਵ ਫੰਕਸ਼ਨ ਤਾਂ ਵੀ ਚਿੰਨ੍ਹ ਬਦਲ ਜਾਂਦਾ ਜੇਕਰ ਅਸੀਂ ਦੋਵੇਂ ਪ੍ਰੋਟੋਨਾਂ ਨੂੰ ਆਪਸ ਵਿੱਚ ਵਟਾਈਏ, ਯਾਨੀ ਕਿ y1 ਗੋਜ਼ ਟੂ y2 ਦਾ ਆਪਸ ਵਿੱਚ ਇਹਨਾਂ ਦਾ ਵੀ ਵਟਾਂਦਰਾ ਕਰੀਏ, ਕਿਉਂਕਿ ਪ੍ਰੋਟੋਨ ਵੀ ਫਰਮੀਓਨ ਹੀ ਕਣ ਹੁੰਦੇ ਹਨ। ਇਹੀ 2 ਨਿਯਮ ਹਨ। ਪਹਿਲਾ ਨਿਯਮ ਹੈ ਕਿ ਦੋਵੇਂ ਇਲੈਕਟ੍ਰੋਨਾਂ ਨੂੰ ਅਗਰ ਅਸੀਂ ਆਪਸ ਵਿੱਚ ਵਟਾਉਂਦੇ ਹਾਂ ਤਾਂ ਵੇਵ ਫੰਕਸ਼ਨ ਚਿੰਨ੍ਹ ਬਦਲਦਾ, ਤੇ ਦੂਜਾ ਨਿਯਮ ਹੈ ਕਿ ਅਸੀਂ ਅਗਰ ਪ੍ਰੋਟੋਨਾਂ ਨੂੰ ਵੀ ਆਪਸ ਵਿੱਚ ਵਟਾ ਕੇ ਲਿਖਦੇ ਹਾਂ ਤਾਂ ਵੀ
ਵੇਵ ਫੰਕਸ਼ਨ ਆਪਣਾ ਸਾਈਨ ਚੇਂਜ ਕਰ ਲੈਂਦਾ। ਆਓ ਅਸੀਂ ਓਰੀਜਨ ਉੱਤੇ ਸਥਿਤ ਹਾਈਡਰੋਜਨ ਐਟਮ ਤੋਂ ਸ਼ੁਰੂਆਤ ਕਰੀਏ, ਜਿਸ ਦਾ ਆਪਣਾ ਵੇਵ ਫੰਕਸ਼ਨ ਇਸ ਦੇ ਆਪਣੇ ਇਲੈਕਟ੍ਰੋਨ ਅਤੇ ਪ੍ਰੋਟੋਨ ਨਾਲ ਬਣਿਆ ਵੇਵ ਫੰਕਸ਼ਨ ਹੁੰਦਾ ਹੈ, ਜਿਸ ਨੂੰ ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ, ਸਾਈ ਆਫ x1 ਐਂਡ y1। ਤਾਂ ਇੱਕ ਹਾਈਡਰੋਜਨ ਦਾ ਐਟਮ ਹੈ ਸਾਈ ਆਫ x1 y1, ਜਿਸ 'ਚ ਇੱਕ ਇਲੈਕਟ੍ਰੋਨ ਹੈ ਤੇ ਇੱਕ ਪ੍ਰੋਟੋਨ ਹੈ। ਇਸੇ ਤਰ੍ਹਾਂ ਅਸੀਂ ਇੱਕ ਹੋਰ ਦੂਜਾ ਹਾਈਡਰੋਜਨ ਐਟਮ ਲੈ ਸਕਦੇ ਹਾਂ, ਜਿਸ ਦਾ ਜੋ ਹੋਰ ਜਗ੍ਹਾ ਸਥਿਤ ਲੈਂਦੇ ਹਾਂ ਅਸੀਂ ਇਸਨੂੰ, ਤੇ ਜਿਸ ਦੇ ਆਪਣੇ ਇਲੈਕਟ੍ਰੋਨ ਤੇ ਪ੍ਰੋਟੋਨ ਦਾ ਵੇਵ ਫੰਕਸ਼ਨ ਇਸ ਤਰੀਕੇ ਨਾਲ ਦਰਸਾਇਆ ਜਾ ਸਕਦਾ ਹੈ, ਫਾਈ ਆਫ x2 ਐਂਡ y2। ਤਾਂ ਦੋ ਹਾਈਡਰੋਜਨ ਐਟਮ ਲੈ ਗਏ ਨੇ, ਜਿਨ੍ਹਾਂ 'ਚੋਂ ਇੱਕ ਦਾ ਵੇਵ ਫੰਕਸ਼ਨ ਸਾਈ ਨਾਲ ਦਰਸਾਇਆ ਗਿਆ, ਦੂਜੇ ਦਾ ਫਾਈ ਨਾਲ ਦਰਸਾਇਆ ਗਿਆ। ਤੇ ਦੂਜੇ ਦੇ ਇਲੈਕਟ੍ਰੋਨ ਤੇ ਪ੍ਰੋਟੋਨ ਨੂੰ x2 ਤੇ y2 ਕਹਿੰਦੇ ਆ, ਪਹਿਲੇ ਨੂੰ x1 ਤੇ y1। ਹੁਣ ਅਸੀਂ ਦੋਵੇਂ ਵੇਵ ਫੰਕਸ਼ਨਾਂ ਦੇ ਗੁਣਨਫਲ ਨੂੰ ਇਸ ਤਰੀਕੇ ਨਾਲ ਲਿਖਦੇ ਹਾਂ, ਜੋ ਨਾ ਸਮਰੂਪ ਵੇਵ ਫੰਕਸ਼ਨ ਬਣਦਾ ਹੈ ਤੇ ਨਾ ਹੀ ਅਸਮਰੂਪ ਵੇਵ ਫੰਕਸ਼ਨ ਬਣਦਾ ਹੈ। ਤਾਂ ਅਸੀਂ ਦੋਵਾਂ ਦਾ ਗੁਣਨਫਲ ਕਰ ਦਿੰਦੇ ਹਾਂ, ਦੋਵੇਂ ਵੇਵ ਫੰਕਸ਼ਨਾਂ ਦਾ। ਮੂਲ ਫੰਕਸ਼ਨ ਹੈ ਸਾਡਾ ਸਾਈ ਆਫ x1 y1 ਮਲਟੀਪਲਾਈਡ ਬਾਏ ਫਾਈ ਆਫ x2 y2। ਇਸ ਨੂੰ ਐਂਟੀ ਸਿਮੈਟ੍ਰਿਕ ਵੇਵ ਫੰਕਸ਼ਨ ਬਣਾਉਣ ਦੇ ਲਈ ਅਸੀਂ ਇਸ ਵਿਚਲੇ ਦੋਵੇਂ ਇਲੈਕਟ੍ਰੋਨ ਆਪਸ ਵਿੱਚ ਵਟਾ ਕੇ ਲਿਖ ਦਿੰਦੇ ਹਾਂ ਤੇ ਫਿਰ ਦੋਵੇਂ ਫੰਕਸ਼ਨਾਂ ਨੂੰ ਘਟਾ ਦਿੰਦੇ ਹਾਂ, ਪਰ ਪ੍ਰੋਟੋਨਾਂ ਦਾ ਸਥਾਨ ਨਹੀਂ ਬਦਲਾਂਗੇ। ਤਾਂ ਇੱਥੇ ਅਸੀਂ ਇਹ ਸਾਈਨ ਯੂਜ਼ ਕੀਤਾ ਗ੍ਰੀਕ ਲੈਟਰ ਚਾਈ। ਚਾਈ ਇਲੈਕਟ੍ਰੋਨਾਂ ਦੇ ਲਈ ਅਸਮਰੂਪ ਵੇਵ ਫੰਕਸ਼ਨ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਕਿ ਇਹ ਦੋਵੇਂ ਜੋ ਸਾਈ ਤੇ ਫਾਈ ਵਾਲੇ ਸਾਡੇ ਫੰਕਸ਼ਨਾਂ ਦਾ ਮਲਟੀਪਲੀਕੇਸ਼ਨ ਹੈ, ਇਹਨਾਂ ਨੂੰ ਅਸੀਂ ਮਾਈਨਸ ਕਰਕੇ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਕਿ ਦੋਵਾਂ ਦੀ ਮਲਟੀਪਲੀਕੇਸ਼ਨ ਹੈ ਜੋ ਇਸ ਦੇ ਵਿੱਚ ਜਿਹੜਾ ਸਾਈ ਆਫ x1 x2 ਹੈ, ਇਸ ਦੇ ਵਿੱਚ ਅਸੀਂ x1 ਦੀ ਜਗ੍ਹਾ x2 ਲਿਖ ਸਕਦੇ ਹਾਂ ਤੇ y1 ਤੇ y2 ਦਾ ਸਥਾਨ ਨਹੀਂ ਬਦਲਦੇ। ਤੇ x1 ਤੇ x2 ਨੂੰ ਅਸੀਂ ਆਪਸ ਵਿੱਚ ਵਟਾ ਕੇ ਲਿਖ ਦਿੱਤਾ, ਉਲਟਾ ਕੇ, ਕਿ ਫਾਈ ਵਾਲਾ x2 ਹੈ ਜੋ ਸਾਈ ਵਾਲਾ x2 ਬਣਾਤਾ ਤੇ ਸਾਈ ਵਾਲਾ ਫਾਈ ਵਾਲਾ x ਇੱਥੇ ਜੋ ਫਾਈ ਵਾਲਾ x1 ਹੈ ਉਹ ਸਾਈ ਵਾਲਾ x1 ਉਲਟਾ ਕੇ ਅਸੀਂ ਲਿਖ ਦਿੱਤਾ ਇਹਨਾਂ ਨੂੰ, ਪਰ ਪ੍ਰੋਟੋਨਾਂ ਦਾ ਜਿਹੜਾ ਸਥਾਨ ਹੈ ਉਹੀ ਰੱਖਿਆ। ਤਾਂ ਹੁਣ ਇਹ ਇਲੈਕਟ੍ਰੋਨਾਂ ਦੇ ਵਟਾਂਦਰੇ ਦੇ ਸੰਦਰਭ ਦੇ ਵਿੱਚ ਐਂਟੀ ਸਿਮੈਟ੍ਰਿਕ ਵੇਵ ਫੰਕਸ਼ਨ ਬਣ ਜਾਂਦਾ ਹੈ, ਕਿਉਂਕਿ ਵਿੱਚ ਇਹ ਮਾਈਨਸ ਹੈ, ਇਸ ਲਈ ਇਹ ਐਂਟੀ ਸਿਮੈਟ੍ਰਿਕ ਵੇਵ ਫੰਕਸ਼ਨ ਹੈ। ਆਓ ਇਸ ਦਾ ਨਾਮ ਐਕਸ ਵਰਗੇ ਦਿਸਣ ਵਾਲੇ ਗ੍ਰੀਕ ਲੈਟਰ ਚਾਈ ਦੀ ਵਰਤੋਂ ਦੇ ਨਾਲ ਰੱਖਦੇ ਹਾਂ, ਜਿਵੇਂ ਆ ਐਕਸ ਵਰਗਾ 3 ਹੈ, ਸਾਈ ਚਾਈ। ਇਹ ਇਲੈਕਟ੍ਰੋਨਾਂ ਦੇ ਲਈ ਅਸਮਰੂਪ ਦੇ ਸਬਸਕ੍ਰਿਪਟ ਵਿੱਚ ਲਿਖਦੇ ਹਾਂ, ਇੱਥੇ ਲਿਖਿਆ ਗਿਆ। ਇਸ ਸਾਰੇ ਚਾਈ ਵੇਵ ਫੰਕਸ਼ਨ ਨੂੰ ਅਸੀਂ ਪ੍ਰੋਟੋਨਾਂ ਦੇ ਸੰਦਰਭ ਦੇ ਵਿੱਚ ਐਂਟੀ ਸਿਮੈਟ੍ਰਿਕ ਕਿਵੇਂ ਬਣਾ ਸਕਦੇ ਹਾਂ। ਤਾਂ ਇਸ ਨੂੰ ਇਲੈਕਟ੍ਰੋਨਾਂ ਦੇ ਲਈ ਤਾਂ ਅਸੀਂ ਐਂਟੀ ਸਿਮੈਟ੍ਰਿਕ ਬਣਾਤਾ, ਲੇਕਿਨ ਪ੍ਰੋਟੋਨਾਂ ਦੇ ਲਈ ਵੀ ਬਣਾਉਣਾ। ਇਸ ਦੇ ਲਈ ਅਸੀਂ ਸਾਰੇ ਦੇ ਸਾਰੇ ਚਾਈ ਫੰਕਸ਼ਨ ਵਿੱਚੋਂ ਪ੍ਰੋਟੋਨਾਂ ਦਾ ਸਥਾਨ ਬਦਲ ਕੇ ਨਵੇਂ ਬਣੇ ਵੇਵ ਫੰਕਸ਼ਨ ਦੇ ਅੰਦਰ ਦੇ ਨਾਲ ਅੰਤਰ ਕਰਾਂਗੇ, ਪਰ ਇਲੈਕਟ੍ਰੋਨਾਂ ਦਾ ਸਥਾਨ ਨਹੀਂ ਬਦਲਦੇ। ਅਸੀਂ ਇਸ ਦੇ ਵਿੱਚ y1 ਤੇ y2 ਦਾ ਜਿਹੜਾ ਸਥਾਨ ਹੈ ਬਦਲ ਦਿੰਦੇ ਹਾਂ, y1 ਤੇ y2 ਨੂੰ ਉਲਟਾ ਕੇ ਲਿਖ ਦਿੰਦੇ ਹਾਂ, x2 ਤੇ x1 ਨੂੰ ਜਿਵੇਂ ਦਾ ਇਹ ਉੱਪਰ ਲਿਖਿਆ ਹੋਇਆ ਸਾਰਾ ਵੇਵ ਫੰਕਸ਼ਨ ਇਹ ਵਾਲਾ, ਇਸ ਦੇ ਵਿੱਚ x1 ਤੇ x2 ਜਿੱਥੇ ਲਿਖਿਆ ਸੀ ਉੱਥੇ ਹੀ ਰਹਿਣ ਦਿੰਦੇ ਹਾਂ ਤੇ ਪ੍ਰੋਟੋਨਾਂ ਨੂੰ ਚੇਂਜ ਕਰ ਦਿੰਦੇ ਹਾਂ ਤੇ ਨਵੇਂ ਬਣੇ ਵੇਵ ਫੰਕਸ਼ਨ ਦੇ ਨਾਲ ਅੰਤਰ ਕਰਾਂਗੇ।
ਪਰ ਅਸੀਂ ਸਾਰੇ ਦੇ ਸਾਰੇ ਵਿੱਚੋਂ ਚੇਂਜ ਕਰਨਾ ਹੈ, ਇਸ ਲਈ ਇਹ y1 ਤੇ y2 ਹੈ ਜੋ, ਤੇ ਇੱਕ ਵਾਰ ਤੇ ਸਾਰਾ ਉੱਪਰ ਵਾਲਾ ਜੋ ਇਹੀ ਲਿਖਿਆ ਗਿਆ ਹੈ, ਇਸਦੇ ਵਿੱਚ ਥੱਲੇ ਵਾਲੀ ਲਾਈਨ ਦੇ ਵਿੱਚ ਇਹ ਮਾਈਨਸ ਹੈ, ਇੱਕੋ ਲਾਈਨ ਹੈ ਉੱਪਰ ਤੋਂ ਦੋਨੋਂ ਲਾਈਨਾਂ ਦੀ, ਇਹ ਇੱਥੇ ਥੋੜ੍ਹੀ ਜਗ੍ਹਾ ਘੱਟ ਹੋਣ ਕਾਰਨ 2 ਲਾਈਨਾਂ 'ਚ ਲਿਖੀ ਹੈ। ਥੋੜ੍ਹਾ ਇੱਥੇ ਲਿਖਣ ਦਾ ਮਕਸਦ ਇਹ ਵੀ ਹੈ ਕਿ ਇੱਥੇ ਉੱਪਰ ਤੇ ਥੱਲੇ ਇਸ ਦੇ ਨਾਲ ਕੀ ਬਦਲ ਕੇ ਲਿਖਿਆ ਹੈ, ਜਿਵੇਂ ਇੱਥੇ y1 ਦੀ ਜਗ੍ਹਾ y2 ਲਿਖਿਆ ਹੈ, y2 ਦੀ ਜਗ੍ਹਾ y1, ਤੇ ਇੱਥੇ y1 ਦੀ ਜਗ੍ਹਾ ਫਿਰ y2, ਤੇ ਇੱਥੇ y2 ਦੀ ਜਗ੍ਹਾ ਫਿਰ y1, ਤਾਂ ਇਹ ਪਤਾ ਲੱਗ ਜਾਏਗਾ ਕਿ ਕਿੱਥੇ ਅਸੀਂ ਇਹਦੇ ਵਿੱਚ ਕੋਈ ਛੇੜਖਾਨੀ ਕੀਤੀ ਹੈ। ਤੇ ਇੱਥੇ ਅਸੀਂ ਪ੍ਰੋਟੋਨਾਂ ਦੇ ਜਿਹੜਾ ਆਪਸ ਵਿੱਚ ਪ੍ਰੋਟੋਨ ਦੀ ਜਗ੍ਹਾ ਚੇਂਜ ਕੀਤੀ ਹੈ ਥੱਲੇ ਵਾਲੀ ਲਾਈਨ ਵਿੱਚ, ਤੇ ਇਸ ਨੂੰ ਸਾਰੇ ਦੇ ਸਾਰੇ ਫੰਕਸ਼ਨ 'ਚੋਂ ਮਾਈਨਸ ਕਰਕੇ ਲਿਖਿਆ ਹੈ। ਤਾਂ ਉੱਪਰ ਵਾਲੇ ਫੰਕਸ਼ਨ 'ਚੋਂ ਜਦੋਂ ਮਾਈਨਸ ਕਰਕੇ ਲਿਖਾਂਗੇ, ਇਸ ਦੇ ਅੱਗੇ ਮਾਈਨਸ ਆ ਜਾਏਗਾ, ਤੇ ਪਿੱਛੇ ਵਾਲਾ ਜੋ ਇਹ ਵਾਲੀ ਟਰਮ ਹੈ ਚੌਥੀ, ਇਸ ਦੇ ਅੱਗੇ ਆਪਣੇ ਆਪ ਮਾਈਨਸ ਮਾਈਨਸ 2 ਵਾਰੀ ਪਲੱਸ ਆ ਜਾਏਗਾ। ਇਸ ਬਾਅਦ ਵਾਲੀ ਸਮੀਕਰਨ ਨੂੰ ਅੰਗਰੇਜ਼ੀ ਦੇ y ਅੱਖਰ ਵਰਗੇ ਗ੍ਰੀਕ ਲੈਟਰ ਓਪਸੀਲੋਨ ਦੇ ਨਾਲ ਅਸੀਂ ਲਿਖ ਸਕਦੇ ਹਾਂ। ਇਹ ਜੋ ਆ ਗ੍ਰੀਨ ਕਲਰ 'ਚ ਲਿਖਿਆ ਗਿਆ, ਇਹ ਗ੍ਰੀਨ ਕਲਰ ਵਿੱਚ ਜੋ ਲਿਖਿਆ ਗਿਆ, ਇਸ ਨੂੰ ਅਸੀਂ ਓਪਸੀਲੋਨ ਪ੍ਰੋਟੋਨਾਂ ਲਈ ਆ ਸਮਰੂਪ ਲਿਖ ਸਕਦੇ ਹਾਂ ਦੂਜੇ ਪਾਰਟ ਨੂੰ। ਤਾਂ ਇਸ ਦੇ ਵਿੱਚ ਇਹ ਵਾਲੀ ਜੋ ਲਾਈਨ ਹੈ ਪੂਰੀ ਦੀ ਪੂਰੀ ਇਹ ਪ੍ਰੋਟੋਨਾਂ ਦੇ ਲਈ ਵੇਵ ਫੰਕਸ਼ਨ ਨੂੰ ਦਰਸਾਉਂਦੀ ਹੈ। ਅਸਮਰੂਪ ਯਾਨੀ ਕਿ ਐਂਟੀ ਸਿਮੈਟ੍ਰਿਕ ਵੇਵ ਫੰਕਸ਼ਨ ਨੂੰ ਇਸ ਓਪਸੀਲੋਨ ਚਿੰਨ੍ਹ ਦੇ ਨਾਲ ਅਸੀਂ ਦਰਸਾ ਸਕਦੇ ਹਾਂ। ਇਸ ਦੇ ਅੱਗੇ ਮਾਈਨਸ ਐਜ਼ ਇਟ ਇਜ਼ ਹੀ ਲਿਖਿਆ ਹੋਇਆ ਹੈ, ਪਲੱਸ ਪਿੱਛੇ ਹੈ ਤੇ ਮਾਈਨਸ ਅੱਗੇ ਹੈ। ਅਸੀਂ ਆ ਦੋਨੋਂ ਲਿਖ ਦਿੱਤੇ ਨੇ, ਐਕਸ ਵਾਲਾ ਉੱਪਰ ਵਾਲੀ ਲਾਈਨ ਹੈ ਤੇ ਵਾਈ ਵਾਲਾ ਉਸਦੇ ਉੱਪਰ ਵਾਲੇ ਦੇ ਵਿੱਚ ਜੋ ਪ੍ਰੋਟੋਨਾਂ ਵਾਲਾ ਹਿੱਸਾ ਹੈ y1 y2, ਇਹ ਉਲਟਾ ਕੇ ਲਿਖ ਦਿੱਤਾ ਗਿਆ ਤੇ ਚਿੰਨ੍ਹ ਬਦਲ ਦਿੱਤਾ ਗਿਆ ਦੋਨਾਂ ਦਾ। ਇਸਦਾ ਚਿੰਨ੍ਹ ਪਲੱਸ ਬਣ ਗਿਆ, ਇਸਦਾ ਚਿੰਨ੍ਹ ਮਾਈਨਸ ਬਣ ਗਿਆ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਜੇਕਰ ਇਲੈਕਟ੍ਰੋਨ ਤੇ ਪ੍ਰੋਟੋਨ ਦੋਵਾਂ ਨੂੰ ਹੀ ਆਪਸ ਵਿੱਚ ਵਟਾ ਲਿਆ ਜਾਵੇ, ਯਾਨੀ ਕਿ ਪੂਰੇ ਦੇ ਪੂਰੇ ਐਟਮ ਨੂੰ ਹੀ ਇੱਕ ਦੂਜੇ ਐਟਮ ਨਾਲ ਵਟਾ ਦਿੱਤਾ ਜਾਵੇ, ਤਾਂ ਉਪਰੋਕਤ ਫੰਕਸ਼ਨ x ਪਲੱਸ y, ਇਹ ਦੋਵਾਂ ਨੂੰ ਮਿਲਾ ਕੇ x ਪਲੱਸ y ਬਣੇਗਾ। ਸਮਰੂਪ ਹੀ ਰਹਿੰਦਾ ਹੈ, ਸਿਮੈਟ੍ਰਿਕ ਹੀ ਰਹਿੰਦਾ ਹੈ, ਕਿਉਂਕਿ x ਦਾ ਪਹਿਲਾ ਹਿੱਸਾ x ਪਲੱਸ x ਦਾ ਪਹਿਲਾ ਹਿੱਸਾ ਓਪਸੀਲੋਨ ਦੇ ਦੂਜੇ ਹਿੱਸੇ ਨਾਲ ਵਟ ਜਾਂਦਾ ਹੈ, ਤੇ ਇਸ ਦਾ ਦੂਜਾ ਹਿੱਸਾ ਓਪਸੀਲੋਨ ਦੇ ਪਹਿਲੇ ਹਿੱਸੇ ਨਾਲ ਵਟ ਜਾਂਦਾ ਹੈ। ਇੱਥੇ ਆਪਾਂ ਦੇਖਿਆ ਜਿਵੇਂ ਪਹਿਲਾ ਹਿੱਸਾ ਜੋ ਇਸਦਾ x ਦਾ ਜੋ ਪਹਿਲਾ ਹਿੱਸਾ ਹੈ ਇਹ ਓਪਸੀਲੋਨ ਦੇ ਦੂਜੇ ਹਿੱਸੇ ਦੇ ਵਾਂਗੂ ਹੈ। ਇੱਥੇ x2 ਦੀ ਜਗ੍ਹਾ x1 ਹੈ, y2 ਦੀ ਜਗ੍ਹਾ y1 ਹੈ, ਪੂਰੇ ਦਾ ਪੂਰਾ ਚੇਂਜ ਹੋ ਗਿਆ ਹੈ। x2 ਦੀ ਜਗ੍ਹਾ x1 ਹੈ ਤੇ ਇਹ ਪੂਰਾ ਸਾਰਾ ਇਹ ਵਾਲਾ ਫੰਕਸ਼ਨ ਇਸ ਦੇ ਬਰਾਬਰ ਹੈ, ਲੇਕਿਨ ਆਪਸ ਵਿੱਚ ਵਟ ਗਿਆ, ਇਲੈਕਟ੍ਰੋਨ ਵੀ ਵਟ ਗਏ ਤੇ ਪ੍ਰੋਟੋਨ ਵੀ। ਤੇ ਇਸ ਤਰੀਕੇ ਨਾਲ ਇਹ ਵਾਲਾ ਜਿਹੜਾ ਓਪਸੀਲੋਨ ਦਾ ਪਹਿਲਾ ਹਿੱਸਾ ਹੈ, ਇਸ ਦੇ ਬਾਅਦ ਵਾਲੇ ਹਿੱਸੇ ਨਾਲ ਪੂਰਾ ਚੇਂਜ ਕਰਕੇ ਉਲਟਾ ਕੇ ਲਿਖਿਆ ਗਿਆ। x2 ਦੀ ਜਗ੍ਹਾ x1 ਹੈ, y1 ਦੀ ਜਗ੍ਹਾ y2 ਹੈ, ਤੇ ਐਜ਼ ਇਟ ਇਜ਼ ਬਾਕੀ ਵੀ। ਇਸ ਦਾ ਅਰਥ ਇਹ ਹੁੰਦਾ ਹੈ ਕਿ ਬੋਸੋਨਿਕ ਐਟਮ ਦੇ ਸਾਰੇ ਕਣਾਂ ਨੂੰ ਆਪਸ ਵਿੱਚ ਵਟਾ ਦੇਣ ਤੇ ਪੂਰੇ ਫੰਕਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਇਸ ਦੇ ਵਿੱਚ ਇਲੈਕਟ੍ਰੋਨ ਤੇ ਪ੍ਰੋਟੋਨ ਦੋਵੇਂ ਜਦੋਂ ਆਪਸ ਵਿੱਚ ਵਟਾ ਕੇ ਲਿਖ ਦਿੱਤੇ ਜਾਂਦੇ ਆ ਤਾਂ ਉਹ ਸੇਮ ਫੰਕਸ਼ਨ ਹੀ ਰਹਿੰਦਾ, ਕੋਈ ਵੇਵ ਫੰਕਸ਼ਨ ਨੂੰ ਫਰਕ ਨਹੀਂ ਪੈਂਦਾ। ਪਰ ਇਸ ਦਾ ਅਰਥ ਇਹ ਵੀ ਨਹੀਂ ਹੈ ਕਿ ਸਾਰੀ ਕਹਾਣੀ ਊਰਜਾ ਤੋਂ ਸੁਤੰਤਰ ਰਹਿੰਦੀ ਹੈ। ਸਪੇਸ ਵਿੱਚ ਦੋ ਚੀਜ਼ਾਂ ਨੂੰ ਇੱਕ ਦੂਜੀ ਦੇ ਉੱਪਰ ਰੱਖ ਦੇਣਾ ਹੋਰ ਕਾਰਨਾਂ ਕਰਕੇ ਅਸੰਭਵ ਹੋ ਸਕਦਾ ਹੈ। ਕਾਰਨਾਂ ਵਿੱਚੋਂ ਬਹੁਤ ਤਾਕਤਵਰ ਰਿਪਲਸਿਵ ਫੋਰਸ ਸ਼ਾਮਲ ਹੋ ਸਕਦਾ ਹੈ ਜੋ ਦੂਰ ਧੱਕਣ ਵਾਲਾ ਬਲ ਹੈ, ਤੇ ਉਹ ਹੋ ਸਕਦਾ ਹੈ ਕਿ ਦੋ ਕਣਾਂ ਨੂੰ ਇੱਕ ਦੂਜੇ ਦੇ ਉੱਪਰ ਨਾ ਰੱਖਣ ਦਿੱਤਾ ਜਾਵੇ।
ਇੱਕੋ ਵੇਵ ਫੰਕਸ਼ਨ ਵਿੱਚ ਕਿਸੇ ਐਟਮ ਦੀਆਂ ਦੋ ਮੋਮੈਂਟਮ ਅਵਸਥਾਵਾਂ ਰੱਖੀਆਂ ਜਾ ਸਕਦੀਆਂ ਹਨ। ਦੋ ਐਟਮਾਂ ਨੂੰ ਇੱਕ ਦੂਜੇ ਦੇ ਉੱਪਰ ਰੱਖਣਾ ਕਠਿਨ ਹੋ ਸਕਦਾ ਕਿਉਂਕਿ ਅਜਿਹਾ ਕਰਨਾ ਬਹੁਤ ਜ਼ਿਆਦਾ ਊਰਜਾ ਦੀ ਖਪਤ ਮੰਗੇਗਾ। ਯਾਨੀ ਕਿ ਕੀ ਹੋਵੇਗਾ ਜੇਕਰ ਅਸੀਂ ਦੋਵੇਂ ਐਟਮਾਂ ਨੂੰ ਇੱਕੋ ਵੇਵ ਫੰਕਸ਼ਨ ਦੇ ਨਾਲ ਦਰਸਾਈਏ। ਇਸ ਮਾਮਲੇ ਲਈ ਅਸੀਂ ਉਪਰੋਕਤ ਚਾਈ ਪਲੱਸ ਓਪਸੀਲੋਨ ਸੰਯੁਕਤ ਵੇਵ ਫੰਕਸ਼ਨ ਨੂੰ ਦੁਬਾਰਾ ਲੈਂਦੇ ਹਾਂ ਤੇ ਸਾਰੇ ਪਾਈ ਚਿੰਨ੍ਹ ਸਾਈ ਚਿੰਨ੍ਹਾਂ ਦੇ ਨਾਲ ਬਦਲ ਦਿੰਦੇ ਹਾਂ ਤੇ ਇੱਥੇ ਸਾਈ ਫਾਈ ਵਾਲਾ ਅੰਤਰ ਅਸੀਂ ਅਗਰ ਮੁਕਾ ਕੇ ਲਿਖਦੇ ਹਾਂ ਕਿਉਂਕਿ ਉਹ ਕਣ ਸੇਮ ਨੇ ਅਗਰ ਇੱਥੇ ਸਾਈ ਵਾਲਾ ਫੰਕਸ਼ਨ ਦੋ ਵਾਰ ਲਿਖਿਆ ਜਾਏਗਾ। ਇਹ ਚਾਈ ਪਲੱਸ ਓਪਸੀਲੋਨ ਇਜ਼ ਇਕੁਅਲ ਟੂ ਇਹ ਫੰਕਸ਼ਨ ਡਬਲ ਹੋ ਜਾਏਗਾ ਜਿਵੇਂ ਤੁਸੀਂ ਦੇਖ ਸਕਦੇ ਆ ਇੱਥੇ x1 y1 ਹੈ ਤੇ ਇੱਥੇ x1 y1 ਸਾਈ ਦੇ ਨਾਲ ਹੈ ਤੇ ਇੱਥੇ x2 y2 ਸਾਈ ਦੇ ਨਾਲ ਹੈ ਤੇ ਇੱਥੇ x2 y2 ਇਹ ਪਲੱਸ ਚਿੰਨ੍ਹ ਵਾਲੇ ਨੇ ਤਾਂ ਇਹ ਦੋ ਵਾਰੀ ਆ ਜਾਏਗਾ ਇੱਥੇ ਤੇ ਇਸੇ ਤਰ੍ਹਾਂ ਮਾਈਨਸ ਵਾਲੇ ਵੀ ਦੋ ਵਾਰੀ ਆ ਜਾਣਗੇ ਤਾਂ ਦੋ ਕਣ ਬਣ ਜਾਣਗੇ। ਅਸੀਂ ਦੇਖ ਸਕਦੇ ਹਾਂ ਕਿ ਇੱਥੇ ਨਵਾਂ ਬਣਿਆ ਕੰਬਾਈਨਡ ਵੇਵ ਫੰਕਸ਼ਨ ਹੈ ਜੋ ਇੱਕੋ ਅਵਸਥਾ ਦੇ ਵਿੱਚ ਦੋ ਐਟਮਾਂ ਨੂੰ ਦਰਸਾਉਂਦਾ ਹੈ। ਇਹ ਇੱਕੋ ਐਟਮ ਦੇ ਦੋ ਇਲੈਕਟ੍ਰੋਨਾਂ ਨੂੰ ਦਰਸਾਉਂਦਾ ਹੈ ਤੇ ਇੱਕੋ ਅਵਸਥਾ ਦੋ ਇਲੈਕਟ੍ਰੋਨਾਂ ਨੂੰ ਇੱਕੋ ਅਵਸਥਾ ਵਿੱਚ ਹੋਣ ਨੂੰ ਦਰਸਾਉਂਦਾ ਹੈ। ਮੰਨ ਲਓ ਹੁਣ ਅਸੀਂ ਦੋ ਇਲੈਕਟ੍ਰੋਨਾਂ ਨੂੰ ਇੱਕੋ ਸਥਾਨ ਉੱਤੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ x1 ਅਤੇ x2 ਇੱਕੋ ਗਿਣੇ ਜਾਣਗੇ ਕਿਉਂਕਿ ਦੋਵੇਂ ਅਗਰ ਇਲੈਕਟ੍ਰੋਨ ਇੱਕੋ ਸਥਿਤੀ 'ਤੇ ਅਸੀਂ ਰੱਖਦੇ ਹਾਂ ਤਾਂ ਜਿਸ ਦੇ ਨਾਲ ਉਪਰੋਕਤ ਵੇਵ ਫੰਕਸ਼ਨ 0 ਹੋ ਜਾਂਦਾ ਹੈ ਤਾਂ x1 x2 ਇਹ ਦੋਵੇਂ ਅਗਰ ਬਰਾਬਰ ਹੀ ਨੇ x1 ਤੇ x2 y1 ਤੇ y2 ਬਰਾਬਰ ਨੇ ਤਾਂ ਇੱਥੇ ਅਗਰ ਇਲੈਕਟ੍ਰੋਨਾਂ ਦੀ ਗੱਲ ਹੈ ਇਲੈਕਟ੍ਰੋਨਾਂ ਨੂੰ ਅਗਰ ਇੱਕੋ ਸਥਾਨ ਦੇ ਉੱਤੇ ਰੱਖਾਂਗੇ ਤਾਂ x1 ਕਿਉਂਕਿ ਇਲੈਕਟ੍ਰੋਨਾਂ ਦੇ ਲਈ ਅਸੀਂ ਮੰਨੇ ਸੀ ਤਾਂ ਤਾਂ ਇਹ ਦੋਵੇਂ ਟੋਟਲ ਫੰਕਸ਼ਨ ਇਹਨਾਂ ਦਾ 0 ਹੋ ਜਾਏਗਾ ਇੱਥੇ। ਇਸ ਲਈ ਦੋ ਕਣ ਜਾਂ ਐਟਮ ਇੱਕੋ ਕੁਆਂਟਮ ਅਵਸਥਾ ਵਿੱਚ ਹੋ ਸਕਦੇ ਹਨ ਪਰ ਇੱਕੋ ਸਥਾਨ ਉੱਤੇ ਨਹੀਂ ਹੋ ਸਕਦੇ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਦੋ ਫਰਮੀਓਨ ਬੋਸੋਨ ਬਣ ਸਕਦੇ ਹਨ। ਆਓ ਹੁਣ ਸਪਿਨ ਵੱਲ ਵਾਪਸ ਆਈਏ। ਹੁਣ ਆਪਾਂ ਸਪਿਨ ਬਾਰੇ ਪੜਾਂਗੇ। ਪਹਿਲਾਂ ਸਪਿਨ ਹਾਫ ਬਾਰੇ ਪੜਾਂਗੇ। ਸਪਿਨ ਬਾਰੇ ਜਾਣਨਾ ਕਣ ਭੌਤਿਕ ਵਿਗਿਆਨ ਵਿੱਚ ਕਈ ਚੀਜ਼ਾਂ ਦੇ ਗਣਿਤ ਨੂੰ ਸਮਝਣ ਦੇ ਲਈ ਲਾਜ਼ਮੀ ਹੈ ਜਿਵੇਂ ਆਈਸੋ ਸਪਿਨ ਕਲਰ ਅਤੇ ਸਾਰੀਆਂ ਮਿਟਰੀਆਂ ਦਾ ਗਣਿਤ। ਵੱਖਰੀਆਂ ਕਿਸਮ ਦੀਆਂ ਸੁਰੱਖਿਅਤ ਮਾਤਰਾਵਾਂ ਦਾ ਗਣਿਤ ਭੌਤਿਕ ਵਿਗਿਆਨ ਦਾ ਗਣਿਤ ਰਚਦਾ ਹੈ। ਆਓ ਡਿਰਾਕ ਦੀ ਵੇਵ ਇਕੁਏਸ਼ਨ ਅਤੇ ਸਪਿਨ ਦੇ ਗਣਿਤ ਨੂੰ ਜਰਾ ਹੋਰ ਸਮਝੀਏ ਅਤੇ ਅੱਧੇ ਸਪਿਨ ਦੇ ਨਾਲ ਸ਼ੁਰੂਆਤ ਕਰੀਏ। ਇਲੈਕਟ੍ਰੋਨ ਪ੍ਰੋਟੋਨ ਨਿਊਟਰੋਨ ਤੇ ਮੂਓਨ ਸਭ ਅੱਧਾ ਸਪਿਨ ਵਾਲੇ ਪਾਰਟੀਕਲ ਹੈ ਜਿਨ੍ਹਾਂ ਦੀਆਂ ਦੋ ਸੰਭਵ ਅਵਸਥਾਵਾਂ ਹੁੰਦੀਆਂ ਹਨ। ਜੇਕਰ ਇਹਨਾਂ ਦੇ ਐਂਗੂਲਰ ਮੋਮੈਂਟਮ ਦੇ ਸੰਭਵ ਮੁੱਲ z ਐਕਸਿਸ ਦੀ ਦਿਸ਼ਾ ਵਿੱਚ mh ਬਾਰ ਕਹੇ ਜਾਂਦੇ ਹੋਣ ਤਾਂ Lg ਇਜ਼ ਇਕੁਅਲ ਟੂ mh ਬਾਰ। ਤਾਂ ਇਹ ਐਂਗੂਲਰ ਮੋਮੈਂਟਮ ਦਾ ਕੰਪੋਨੈਂਟ ਹੈ z ਐਕਸਿਸ ਦੀ ਦਿਸ਼ਾ ਦੇ ਵਿੱਚ ਤਾਂ ਇਸ ਦੀ ਵੈਲਿਊ ਹੈ ਮਾਸ ਇਨਟੂ ਪਲੈਂਕ ਕਾਂਸਟੈਂਟ ਰਿਡਿਊਸਡ ਪਲੈਂਕ ਕਾਂਸਟੈਂਟ ਆਪਾਂ ਪਹਿਲਾਂ ਪੜ੍ਹਿਆ। ਇਤਫਾਕ ਦੇ ਨਾਲ ਇਹ ਸੰਬੰਧਿਤ ਸਿਸਟਮ ਜਾਂ ਕਣ ਦਾ ਕੁੱਲ ਜਾਂ ਸੰਪੂਰਨ ਐਂਗੂਲਰ ਮੋਮੈਂਟਮ ਨਹੀਂ ਹੁੰਦਾ। ਉਂਝ ਆਮ ਤੌਰ ਤੇ ਆਰਬਿਟਲ ਐਂਗੂਲਰ ਮੋਮੈਂਟਮ ਦੇ ਲਈ ਅੰਗਰੇਜ਼ੀ ਦਾ ਐਲ ਚਿੰਨ੍ਹ ਵਰਤਿਆ ਜਾਂਦਾ ਹੈ ਤੇ ਸਪਿਨ ਐਂਗੂਲਰ ਮੋਮੈਂਟਮ ਦੇ ਵਾਸਤੇ ਸਿਗਮਾ ਦੀ ਵਰਤੋਂ ਕੀਤੀ ਜਾਂਦੀ ਹੈ। ਨੂੰ ਅੰਗਰੇਜ਼ੀ ਦੇ ਐਸ ਅੱਖਰ ਵਾਂਗੂ ਹੀ ਲਿਖਿਆ ਜਾਂਦਾ।
ਪਰ ਇੱਥੇ ਸਿਗਮਾ ਹੈ। ਇਸ ਲਈ ਅਸੀਂ ਸਪਿਨ ਦੇ ਜੀ ਕੰਪੋਨੈਂਟ ਦੇ ਲਈ ਉਪਰੋਕਤ ਸਮੀਕਰਨ ਨੂੰ ਇਸ ਤਰੀਕੇ ਨਾਲ ਲਿਖਾਂਗੇ, ਕਿਉਂਕਿ ਸਪਿਨ ਐਂਗੂਲਰ ਮੋਮੈਂਟਮ ਦਾ ਗਣਿਤ ਆਰਬਿਟਲ ਐਂਗੂਲਰ ਮੋਮੈਂਟਮ ਦੇ ਗਣਿਤ ਵਾਂਗ ਹੀ ਹੁੰਦਾ ਹੈ। ਐਸ ਜੀ ਇਜ਼ ਇਕੁਅਲ ਟੂ ਐਮ ਐਚ ਬਾਰ। और ये सिग्मा जी इज इक्वल टू एम एच बार। ਇਸ ਦੇ ਨਾਲ ਇਹ ਤਿੰਨ ਇਸ ਦੇ ਜਿਹੜਾ ਇਸਦਾ ਗਣਿਤ ਹੈ ਐਸ ਐਕਸ ਤੇ ਸੌਰੀ ਸਿਗਮਾ ਐਕਸ ਤੇ ਸਿਗਮਾ ਵਾਈ ਦਾ ਕਮਿਊਟੇਟਰ ਆਇਓਟਾ ਐਚ ਬਾਰ ਐਸ ਜੀ ਬਣਦਾ ਹੈ ਤੇ ਸਿਗਮਾ ਵਾਈ ਤੇ ਸਿਗਮਾ ਜੀ ਦਾ ਕਮਿਊਟੇਟਰ ਆਇਓਟਾ ਐਚ ਬਾਰ ਸਿਗਮਾ ਐਕਸ ਬਣਦਾ ਹੈ ਤੇ ਇਸੇ ਤਰ੍ਹਾਂ ਨਾਲ ਸਿਗਮਾ ਜੀ ਤੇ ਸਿਗਮਾ ਐਕਸ ਦਾ ਕਮਿਊਟੇਟਰ ਆਇਓਟਾ ਐਚ ਬਾਰ ਸਿਗਮਾ ਵਾਈ ਬਣ ਜਾਂਦਾ ਹੈ। ਇਹ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਕਿਉਂਕਿ ਐਂਗੂਲਰ ਮੋਮੈਂਟਮ ਦੀ ਤਰ੍ਹਾਂ ਹੀ ਹੈ, ਉਹਦੇ ਵਿੱਚ ਇੱਥੇ ਐਸ ਦੀ ਜਗ੍ਹਾ ਐਲ ਹੁੰਦਾ ਹੈ। ਆਰਬਿਟਲ ਐਂਗੂਲਰ ਮੋਮੈਂਟਮ ਵਾਂਗ ਹੀ ਸਪਿਨ ਲਈ ਵੀ ਸਾਡੇ ਕੋਲ ਐਸ ਪਲੱਸ ਸਿਗਮਾ ਪਲੱਸ ਤੇ ਸਿਗਮਾ ਮਾਈਨਸ ਨਾਮਕ ਅਵਸਥਾ ਵਧਾਉਣ ਤੇ ਘਟਾਉਣ ਵਾਲੇ ਦੋ ਆਪਰੇਟਰ ਹੁੰਦੇ ਹਨ, ਜਿਨ੍ਹਾਂ ਨੂੰ ਪਲੱਸ ਅਤੇ ਮਾਈਨਸ ਦੇ ਲਈ ਸਾਂਝੇ ਪਲੱਸ ਮਾਈਨਸ ਦੀ ਵਰਤੋਂ ਨਾਲ ਅਸੀਂ ਇੱਕੋ ਸਮੀਕਰਨ ਦੇ ਵਿੱਚ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਸਿਗਮਾ ਪਲੱਸ ਮਾਈਨਸ ਇਜ਼ ਇਕੁਅਲ ਟੂ ਸਿਗਮਾ ਐਕਸ ਪਲੱਸ ਮਾਈਨਸ ਆਇਓਟਾ ਐਸ ਸਿਗਮਾ ਵਾਈ। ਜਿਵੇਂ ਉਹਦੇ 'ਚ ਅਸੀਂ ਜਿਹੜਾ ਐਲ ਪਲੱਸ ਸੀਗਾ ਉਹ ਪੜ੍ਹਿਆ ਸੀਗਾ ਐਂਗੂਲਰ ਮੋਮੈਂਟਮ ਦੇ ਵਿੱਚ ਐਲ ਐਕਸ ਪਲੱਸ ਆਇਓਟਾ ਐਲ ਵਾਈ ਤੇ ਐਲ ਮਾਈਨਸ ਸੀਗਾ ਐਲ ਐਕਸ ਮਾਈਨਸ ਆਇਓਟਾ ਐਲ ਵਾਈ। ਇੱਥੇ ਇਸੇ ਤਰ੍ਹਾਂ ਨਾਲ ਸਿਗਮਾ ਦੇ ਵੀ ਇਹ ਜਿਹੜੇ ਆਪਰੇਟਰ ਅਸੀਂ ਲਿਖ ਸਕਦੇ ਹਾਂ, ਜੋ ਉਸਦੀ ਅਵਸਥਾ ਨੂੰ ਵਧਾਉਣ ਤੇ ਘਟਾਉਣ ਦੇ ਕੰਮ ਆਉਂਦੇ ਆ। ਆਓ ਹੁਣ ਅੱਧੇ ਸਪਿਨ ਉੱਤੇ ਧਿਆਨ ਕੇਂਦਰਿਤ ਕਰੀਏ। ਅੱਧੇ ਸਪਿਨ ਦੇ ਮਾਮਲੇ ਵਿੱਚ ਸਿਗਮਾ ਜੀ ਸਿਰਫ ਦੋ ਮੁੱਲ ਲੈ ਸਕਦਾ ਹੈ, ਹਾਫ ਐਚ ਬਾਰ ਅਤੇ ਮਾਈਨਸ ਹਾਫ ਐਚ ਬਾਰ। ਜਿਵੇਂ ਆਪਾਂ ਪਹਿਲਾਂ ਪੜ੍ਹਿਆ ਹੈ ਫਰਮੀਓਨ ਦੇ ਲਈ ਇਹ ਜਿਹੜਾ ਇਸ ਦੀ ਮੋਮੈਂਟਮ ਦੀ ਅਵਸਥਾ ਹੈ ਉਹ ਪਲੱਸ ਹਾਫ ਤੇ ਮਾਈਨਸ ਹਾਫ ਹੋ ਸਕਦੀ ਹੈ। ਤੇ ਜੇਕਰ ਐਚ ਬਾਰ 1 ਲਿਆ ਜਾਵੇ ਤਾਂ ਇਸ ਨੂੰ ਲਿਖਣਾ ਬੰਦ ਕੀਤਾ ਜਾ ਸਕਦਾ, ਤਾਂ ਐਚ ਬਾਰ ਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹਦੀ ਵੈਲਿਊ 1 ਹੈ ਤੇ ਪਲੱਸ ਹਾਫ ਤੇ ਮਾਈਨਸ ਹਾਫ ਹੀ ਲਿਖ ਕੇ ਸਾਡਾ ਕੰਮ ਚੱਲ ਜਾਂਦਾ ਹੈ। ਇਹ ਮੁੱਲ ਸਿਰਫ ਪਲੱਸ ਹਾਫ ਤੇ ਮਾਈਨਸ ਹਾਫ ਹੀ ਕਹੇ ਜਾਂਦੇ ਹਨ। ਇਹ ਦੋ ਅਵਸਥਾਵਾਂ ਦਾ ਸਿਸਟਮ ਹੈ। ਸਪਿਨ ਨੂੰ ਛੱਡ ਕੇ ਅਸੀਂ ਇਲੈਕਟ੍ਰੋਨ ਬਾਰੇ ਹੋਰ ਸਭ ਕੁਝ ਭੁੱਲ ਸਕਦੇ ਹਾਂ ਕਿ ਇਲੈਕਟ੍ਰੋਨ ਕਿੱਥੇ ਹੈ, ਇਸ ਦਾ ਮੋਮੈਂਟਮ ਕਿੰਨਾ ਹੈ, ਇਹ ਸਭ ਕੁਝ ਦੇਰ ਲਈ ਭੁੱਲਿਆ ਜਾ ਸਕਦਾ ਹੈ। ਇਹ ਦੋ ਅਵਸਥਾਵਾਂ ਇੱਕ ਦੂਜੀ ਪ੍ਰਤੀ ਆਰਥੋਗੋਨਲ ਹੁੰਦੀਆਂ, ਜਿਸ ਦਾ ਪੰਜਾਬੀ 'ਚ ਅਰਥ ਹੈ ਕਿ ਇਹ ਅਵਸਥਾਵਾਂ ਇੱਕ ਦੂਜੀ ਤੋਂ ਉਲਟ ਦਿਸ਼ਾ ਦੇ ਵਿੱਚ ਵੱਖਰੀਆਂ ਅਵਸਥਾਵਾਂ ਹੁੰਦੀਆਂ ਹਨ। ਜਦੋਂ ਇੱਕ ਅਵਸਥਾ ਕਿਸੇ ਮੁੱਲ ਸਮੇਤ ਮੌਜੂਦ ਹੁੰਦੀ ਹੈ ਤਾਂ ਦੂਜੀ ਅਵਸਥਾ ਦਾ ਉਹੀ ਮੁੱਲ ਉਲਟ ਚਿੰਨ੍ਹ ਵਾਲਾ ਹੋ ਜਾਂਦਾ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਵਸਥਾਵਾਂ ਕਿੱਥੋਂ ਆਈਆਂ ਹਨ। ਕੁਆਂਟਮ ਮਕੈਨਿਕਸ ਦੇ ਵਿੱਚ ਅਵਸਥਾਵਾਂ ਦੀ ਸਪੇਸ ਕਿਸੇ ਸਿਸਟਮ ਦੇ ਦੋ ਕੰਪੋਨੈਂਟਾਂ ਦੀ ਅਵਸਥਾ ਦੀ ਸਪੇਸ ਹੁੰਦੀ ਹੈ, ਅਤੇ ਤੁਸੀਂ ਹਮੇਸ਼ਾ ਹੀ ਇਸ ਅਵਸਥਾ ਨੂੰ ਇੱਕ ਕਾਲਮ ਵੈਕਟਰ ਦੇ ਰੂਪ ਦੇ ਵਿੱਚ ਦੋ ਕੰਪਲੈਕਸ ਨੰਬਰਾਂ ਅਲਫਾ ਤੇ ਬੀਟਾ ਦੇ ਸਹਾਰੇ ਲਿਖ ਸਕਦੇ ਹੋ। ਤਾਂ ਇਸ ਨੂੰ ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ, ਸਪਿਨ ਅਵਸਥਾ ਫੇਸ ਦਾ ਜੋ ਕੈਟ ਹੈ ਅਲਫਾ ਤੇ ਬੀਟਾ ਦਾ ਕਾਲਮ ਵੈਕਟਰ ਜੋ ਅਲਫਾ ਬੀਟਾ ਨਾਲ ਬਣਦਾ, ਇਸ ਤਰੀਕੇ ਨਾਲ ਉੱਪਰ ਥੱਲੇ ਕਰਕੇ ਇਸ ਨੂੰ ਲਿਖ ਸਕਦੇ ਹਾਂ ਸਪਿਨ ਅਵਸਥਾ ਦੀ ਸਪੇਸ ਨੂੰ।
ਇਹ ਅਲਫਾ ਤੇ ਬੀਟਾ ਕੋਐਫੀਸ਼ੀਐਂਟ ਗੁਣਾਂਕ ਸਪਿਨ ਦੀ ਅਵਸਥਾ ਦੇ ਕਿਸੇ ਐਕਸਿਸ ਜਿਵੇਂ z ਐਕਸਿਸ ਦੀ ਦਿਸ਼ਾ ਦੇ ਵਿੱਚ ਮੌਜੂਦ ਹੋਣ ਦੀ ਪ੍ਰੋਬੇਬਿਲਿਟੀ ਲਈ ਐਂਪਲੀਟਿਊਡ ਦਿੰਦੇ ਹਨ, ਜਿਸ ਨੂੰ ਪ੍ਰੋਬੇਬਿਲਿਟੀ ਲਈ ਸਮਰੱਥਾ ਦਿੰਦੇ ਹਨ। ਇੱਥੇ ਅਲਫਾ z ਐਕਸਿਸ ਦੇ ਉੱਪਰ ਦੀ ਦਿਸ਼ਾ ਵਿੱਚ ਸਪਿਨ ਅਵਸਥਾ ਦਾ ਐਂਪਲੀਟਿਊਡ ਦਰਸਾਉਂਦਾ ਹੈ। z ਐਕਸਿਸ ਦੀ ਉੱਪਰ ਦੀ ਦਿਸ਼ਾ ਦੇ ਵੱਲ ਸਪਿਨ ਅਵਸਥਾ ਦਾ ਐਂਪਲੀਟਿਊਡ ਦਰਸਾਉਂਦਾ ਹੈ ਇਹ ਅਲਫਾ, ਤੇ ਜਿਸ ਨੂੰ ਸਪਿਨ ਅਪ ਅਵਸਥਾ ਕਿਹਾ ਜਾਂਦਾ ਕਿਉਂਕਿ ਉੱਪਰਲੇ ਪਾਸੇ ਲਿਖਿਆ ਜਾਂਦਾ ਇੱਥੇ। ਤੇ ਬੀਟਾ ਜਿਹੜਾ ਉਹ z ਐਕਸਿਸ ਦੇ ਥੱਲੇ ਉੱਪਰ ਤੋਂ ਉਲਟ ਦੀ ਦਿਸ਼ਾ ਜੋ ਉਸ ਦਿਸ਼ਾ ਵੱਲ ਸਪਿਨ ਅਵਸਥਾ ਦਾ ਐਂਪਲੀਟਿਊਡ ਦਰਸਾਉਂਦਾ, ਜਿਸ ਨੂੰ ਸਪਿਨ ਡਾਊਨ ਅਵਸਥਾ ਕਿਹਾ ਜਾਂਦਾ ਹੈ। ਡਾਊਨ ਸਟੇਟ ਨੂੰ ਬੀਟਾ ਨਾਲ ਦਰਸਾਇਆ ਜਾਂਦਾ ਤੇ ਅਪ ਸਟੇਟ ਨੂੰ ਅਲਫਾ ਦੇ ਨਾਲ ਦਰਸਾਇਆ ਜਾਂਦਾ। ਇਸ ਤਰ੍ਹਾਂ ਅਸੀਂ ਕਿਸੇ ਅਵਸਥਾ ਕੈਟ ਵੈਕਟਰ ਨੂੰ ਦੋਵੇਂ ਅਵਸਥਾਵਾਂ ਦੀ ਸੁਪਰਪੋਜੀਸ਼ਨ ਦੇ ਰੂਪ ਦੇ ਵਿੱਚ z ਐਕਸਿਸ ਦੀ ਦਿਸ਼ਾ ਦੇ ਵਿੱਚ ਸਪਿਨ ਅਵਸਥਾ ਨੂੰ ਇਸ ਤਰੀਕੇ ਨਾਲ ਦਰਸਾ ਸਕਦੇ ਹਾਂ। ਸਾਈ ਕੈਟ ਇਜ਼ ਇਕੁਅਲ ਟੂ ਐਲਫਾ ਮਲਟੀਪਲਾਈਡ ਬਾय ਅਪ ਕੈਟ ਪਲੱਸ ਬੀਟਾ ਮਲਟੀਪਲਾਈਡ ਬਾय ਡਾਊਨ ਕੈਟ। ਤਾਂ ਅਪ ਹੋਣ ਦੀ ਅਵਸਥਾ ਨੂੰ ਐਲਫਾ ਨਾਲ ਮਲਟੀਪਲਾਈਡ ਹੈ ਤੇ ਡਾਊਨ ਦੀ ਅਵਸਥਾ ਨੂੰ ਬੀਟਾ ਨਾਲ ਮਲਟੀਪਲਾਈ ਕਰਕੇ ਦੋਵਾਂ ਦੀ ਸੁਪਰਪੋਜੀਸ਼ਨ ਦੇ ਵਿੱਚ ਅਸੀਂ ਜੋੜ ਦੇ ਰੂਪ ਦੇ ਵਿੱਚ ਇਸ ਤਰੀਕੇ ਨਾਲ ਦਰਸਾ ਸਕਦੇ ਹਾਂ, ਜੋ ਅਵਸਥਾ ਇਸ ਦੀ ਸਾਈ ਅਵਸਥਾ ਹੈ। ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਚਿੰਨ੍ਹ ਧਾਰਨਾਵਾਂ ਵਿੱਚ ਆਪਰੇਟਰ ਮੈਟ੍ਰਿਕਸ ਬਣ ਜਾਂਦੇ ਹਨ, ਕਿਉਂਕਿ ਜਦੋਂ ਇਸ ਤਰੀਕੇ ਨਾਲ ਅਸੀਂ ਇਹਨੂੰ ਲਿਖਦੇ ਹਾਂ ਫਿਰ ਇਹ ਮੈਟ੍ਰਿਕਸ ਦੀ ਤਰ੍ਹਾਂ ਬਣ ਜਾਂਦੇ ਆ। ਤੇ ਸਪਿਨ ਦੇ ਕੰਪੋਨੈਂਟ 2x2 ਮੈਟ੍ਰਿਕਸ ਹੋਣੇ ਚਾਹੀਦੇ ਹਨ, ਕਿਉਂਕਿ ਇੱਥੇ ਅਵਸਥਾਵਾਂ ਦੀ ਸਪੇਸ 2 ਡਾਇਮੈਂਸ਼ਨਲ ਹੈ। ਉਹਨਾਂ ਮੈਟ੍ਰਿਕਸਾਂ ਨੂੰ ਕਮਿਊਟੇਸ਼ਨ ਸੰਬੰਧਾਂ ਵਾਲਾ ਸਪਿਨ ਅਲਜਬਰਾ ਸੰਤੁਸ਼ਟ ਕਰਨਾ ਪਵੇਗਾ। ਜੇਕਰ ਅਸੀਂ ਅਜਿਹੇ 2 ਡਾਇਮੈਂਸ਼ਨਲ ਮੈਟ੍ਰਿਕਸ ਖੋਜ ਸਕੀਏ ਜੋ ਸਪਿਨ ਕੰਪੋਨੈਂਟਾਂ ਦੇ ਕਮਿਊਟੇਸ਼ਨਲ ਅਲਜਬਰੇ ਦੀ ਪਾਲਣਾ ਕਰਦੇ ਹੋਣ ਤਾਂ ਆਪਰੇਟਰ ਬਣ ਸਕਦੇ ਹਨ, ਜਿਨ੍ਹਾਂ ਦੇ ਵਿੱਚ z ਧੁਰੇ ਦੀ ਦਿਸ਼ਾ ਵਾਲਾ ਸਪਿਨ ਸਪੇਸ ਦਾ z ਕੰਪੋਨੈਂਟ ਸਿਗਮਾ z ਤਿਰਛੇ ਡਾਇਗਨਲ ਉੱਪਰੋਂ ਖੱਬਿਓਂ ਥੱਲੇ ਸੱਜੇ ਪਾਸੇ ਦੀ ਦਿਸ਼ਾ ਵੱਲ ਦੇ ਟੇਢੇ ਐਲੀਮੈਂਟਾਂ ਦੇ ਨਾਲ ਉੱਤੇ ਦਰਸਾਇਆ ਜਾਂਦਾ ਹੈ। z ਕੰਪੋਨੈਂਟ ਹੈ ਜੋ ਸਿਗਮਾ z ਇਹ ਡਾਇਗਨਲ ਦੇ ਉੱਤੇ ਦਰਸਾਇਆ ਜਾਂਦਾ। ਇਸ ਨੂੰ ਆਪਾਂ ਥੋੜੀ ਦੇਰ ਤੱਕ ਦੇਖਦੇ ਹਾਂ ਕਿ ਕਿਵੇਂ। ਸਪਿਨ ਦੇ z ਕੰਪੋਨੈਂਟ ਨੂੰ ਨਾਪਣ ਤੇ ਸਿਰਫ 2 ਹੀ ਵਿਅਕਤੀਗਤ ਅਵਸਥਾਵਾਂ ਮਿਲਦੀਆਂ ਹਨ, ਜਿਨ੍ਹਾਂ ਨੂੰ ਅਸੀਂ ਅਪ ਅਤੇ ਡਾਊਨ ਦਾ ਨਾਮ ਦਿੰਦੇ ਹਾਂ। ਸਪਿਨ ਦੀ ਕੋਈ ਵੀ ਕੁਆਂਟਮ ਅਵਸਥਾ ਇਹਨਾਂ 2 ਅਵਸਥਾਵਾਂ ਦੀ ਕੰਪਲੈਕਸ ਗੁਣਾਂਕਾਂ ਸਮੇਤ ਲੀਨੀਅਰ ਸੁਪਰਪੋਜੀਸ਼ਨ ਹੁੰਦੀ ਹੈ, ਜਿਸ ਵਿੱਚ ਸਪਿਨ ਅਪ ਅਵਸਥਾ ਦੀ ਪ੍ਰੋਬੇਬਿਲਿਟੀ ਐਲਫਾ ਸਟਾਰ ਐਲਫਾ ਅਤੇ ਡਾਊਨ ਸਪਿਨ ਲਈ ਬੀਟਾ ਸਟਾਰ ਬੀਟਾ ਹੁੰਦੀ ਹੈ। ਇਹਦੇ ਬਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਾਫੀ ਕਿ ਜੇ ਪ੍ਰੋਬੇਬਿਲਿਟੀ ਐਂਪਲੀਟਿਊਡਾਂ ਦਾ ਸਕੇਅਰ ਹੈ ਜੋ ਪ੍ਰੋਬੇਬਿਲਿਟੀ ਬਣਾਉਂਦਾ। ਇੰਜ ਸੁਪਰਪੋਜੀਸ਼ਨ ਅਵਸਥਾ ਦੇ ਵਿੱਚ ਲਿਖਣਾ ਕਾਲਮ ਵੈਕਟਰ ਵਿੱਚ ਲਿਖਣ ਤੋਂ ਬਚਣ ਦੇ ਲਈ ਕੀਤਾ ਜਾਂਦਾ ਹੈ। ਇਸ ਵਿੱਚ ਅਲਫਾ ਆਪਣੇ ਆਪ ਉੱਪਰ ਲਿਖਿਆ ਜਾਂਦਾ ਹੈ ਅਤੇ ਬੀਟਾ ਆਟੋਮੈਟਿਕਲੀ ਥੱਲੇ ਲਿਖਿਆ ਜਾਂਦਾ ਹੈ। ਇਸ ਤਰ੍ਹਾਂ ਆਪਰੇਟਰ 2 ਅਯਾਮੀ ਮੈਟ੍ਰਿਕਸ ਬਣ ਜਾਂਦੇ ਹਨ, 2 ਡਾਇਮੈਂਸ਼ਨਲ ਮੈਟ੍ਰਿਕਸ, ਜੋ ਇਹਨਾਂ ਵੈਕਟਰਾਂ ਦੇ ਕੰਪੋਨੈਂਟਾਂ ਉੱਤੇ ਐਕਟ ਕਰਦੇ ਹਨ ਤੇ ਹੋਰ ਕੈਟ ਵੈਕਟਰ ਦਿੰਦੇ ਹਨ। ਹੇਠਾਂ ਲਿਖੇ 3 ਮੈਟ੍ਰਿਕਸ ਇਹ ਸ਼ਰਤਾਂ ਪੂਰੀਆਂ ਕਰਦੇ ਹਨ। ਇੱਥੇ 3 ਮੈਟ੍ਰਿਕਸ ਜੋ ਲਿਖੇ ਗਏ ਨੇ, ਸਿਗਮਾ ਐਕਸ ਇਜ਼ ਇਕੁਅਲ ਟੂ ਹਾਫ ਮਲਟੀਪਲਾਈਡ ਬਾय 0 1 1 0 ਤੇ ਦੂਜਾ ਹੈਗਾ ਸਿਗਮਾ y ਇਜ਼ ਇਕੁਅਲ ਟੂ ਹਾਫ
0 ਮਾਈਨਸ ਆਇਓਟਾ 0 ਤੇ ਤੀਜਾ ਹੈਗਾ ਸਿਗਮਾ z ਇਜ਼ ਇਕੁਅਲ ਟੂ ਹਾਫ 1 0 0 ਮਾਈਨਸ 1। ਇਹਨਾਂ ਤਿੰਨਾਂ ਨੂੰ ਪੌਲੀ ਦੇ ਸਪਿਨ ਮੈਟ੍ਰਿਕਸ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਅੱਗੇ ਹਾਫ ਦੇ ਨਾਲ ਗੁਣਾ ਕੀਤੀ ਜਾਂਦੀ ਹੈ 1/2 ਨਾਲ। ਇਹ ਸਪਿਨ ਐਂਗੂਲਰ ਮੋਮੈਂਟਮ ਦੀ ਦੋ ਕੰਪੋਨੈਂਟਾਂ ਵਾਲੀ ਪ੍ਰਸਤੁਤੀ ਹੈ। ਆਓ ਹੁਣ ਅਸੀਂ ਉਹ ਕਾਲਮ ਵੈਕਟਰ ਖੋਜੀਏ ਜੋ ਸਿਗਮਾ z ਦੇ ਅਪ ਅਤੇ ਡਾਊਨ ਹੋਣ ਦੇ ਨਾਲ ਸੰਬੰਧਿਤ ਹੋਵੇ। ਜੋ ਦੋ ਪੋਸੀਬਲ ਆਰਥੋਗੋਨਲ ਆਈਗਨ ਸਟੇਟਸ ਹਨ, ਤਾਂ ਦੋ ਪੋਸੀਬਲ ਆਰਥੋਗੋਨਲ ਆਈਗਨ ਸਟੇਟਸ ਨੇ ਜੋ ਸਿਗਮਾ z ਦੀਆਂ ਅਪ ਤੇ ਡਾਊਨ, ਜੋ ਉਲਟ ਦਿਸ਼ਾਵਾਂ ਨੇ ਇੱਕ ਦੂਜੀ ਤੋਂ, ਉਹਨਾਂ ਦੇ ਹੁਣ ਅਸੀਂ ਕਾਲਮ ਵੈਕਟਰ ਖੋਜਦੇ ਹਾਂ। ਇਹ ਸਭ ਬਹੁਤ ਆਸਾਨ ਹੈ। ਇਸ ਦਾ ਅਰਥ ਇਹ ਹੁੰਦਾ ਹੈ ਕਿ ਆਈਗਨ ਵੈਕਟਰ ਦਾ ਆਈਗਨ ਮੁੱਲ +1 ਜਾਂ -1 ਹੀ ਹੋਣਾ ਚਾਹੀਦਾ। ਸਿਗਮਾ ਜੀ ਵਾਲੇ ਆਪਰੇਟਰ ਵਿੱਚ ਇਹੀ ਦੋ ਐਲੀਮੈਂਟ ਹੁੰਦੇ ਹਨ, ਜਿਨ੍ਹਾਂ ਨੂੰ ਮੈਟ੍ਰਿਕਸ ਦੇ ਬਾਹਰ ਹਾਫ ਦੇ ਨਾਲ ਗੁਣਾ ਕੀਤੀ ਹੁੰਦੀ ਹੈ, ਤਾਂ ਜੋ ਆਈਗਨ ਮੁੱਲ ਹੈ +ਹਾਫ ਜਾਂ -ਹਾਫ ਬਣ ਜਾਵੇ। ਇਸ ਦਾ ਅਰਥ ਹੈ ਕਿ ਸਪਿਨ ਸਟੇਟ ਵੈਕਟਰ ਦੇ ਦੋ ਮੁੱਲ +ਹਾਫ ਤੇ -1 ਹੋਣਗੇ। ਅਸੀਂ ਅਲਫਾ ਬੀਟਾ ਵਾਲੇ ਸਪਿਨ ਅਵਸਥਾ ਵੈਕਟਰ ਦੇ ਮੁੱਲ ਖੋਜ ਰਹੇ ਹਾਂ, ਜਿਨ੍ਹਾਂ ਦੀ ਇਹ ਵਿਸ਼ੇਸ਼ਤਾ ਹੋਵੇ ਕਿ ਜਦੋਂ ਇਹ ਸਿਗਮਾ z ਆਪਰੇਟਰ ਉਸ ਅਲਫਾ ਬੀਟਾ ਵਾਲੇ ਕੈਟ ਵੈਕਟਰ ਉੱਤੇ ਕਾਰਵਾਈ ਕਰੇ, ਤਾਂ ਆਈਗਨ ਮੁੱਲ ਦੇ ਰੂਪ ਵਿੱਚ +1 ਜਾਂ -1 ਮਿਲੇ। ਤਾਂ ਇੱਥੇ ਅਸੀਂ ਨਿਯਮ ਬਣਾ ਕੇ ਚੱਲਦੇ ਹਾਂ ਕਿ ਜਦੋਂ ਆਪਰੇਟਰ ਕਿਸੇ ਕੈਟ ਵੈਕਟਰ ਤੇ ਐਕਟ ਕਰਦਾ ਹੈ, ਤਾਂ ਸਾਨੂੰ ਆਈਗਨ ਮੁੱਲ ਦੇ ਰੂਪ ਦੇ ਵਿੱਚ +1 ਮਿਲੇ ਜਾਂ ਫਿਰ -1 ਮਿਲੇ। ਯਾਨੀ ਕਿ ਸਿਗਮਾ z ਜਦੋਂ ਸਪਿਨ ਅਵਸਥਾ ਵੈਕਟਰ ਤੇ ਐਕਟ ਕਰਦਾ ਹੈ, ਤਾਂ ਸਾਨੂੰ ਇੱਕ ਆਈਗਨ ਮੁੱਲ ਮਿਲਦਾ ਪਲੱਸ ਜਾਂ ਮਾਈਨਸ ਦੇ ਵਿੱਚ, ਤੇ ਸਪਿਨ ਅਵਸਥਾ ਸਪੇਸ ਸਾਨੂੰ ਦੁਬਾਰਾ ਮਿਲਦੀ ਹੈ ਐਜ਼ ਇਟ ਇਜ਼। ਇੱਥੇ ਪਹਿਲੀ ਅਸੀਂ ਅਵਸਥਾ ਲੈਂਦੇ ਹਾਂ, ਸਿਗਮਾ z ਵਾਲੀ ਲੈਣੀ ਹੈ ਅਸੀਂ ਅਵਸਥਾ 1 0 0 -1 ਵਾਲੀ, ਇਹ ਇੱਥੇ ਲਿਖ ਦਿੱਤੀ ਅਸੀਂ। ਤੇ ਇਹ ਅਲਫਾ ਬੀਟਾ ਦੀ ਸਟੇਟ ਵੈਕਟਰ ਦੇ ਨਾਲ ਇਹ ਐਕਟ ਕਰੇਗਾ, ਇਸ ਤੇ ਆਪਰੇਟ ਕਰੇਗਾ, ਤੇ ਸਾਨੂੰ +1 ਦੀ ਪਹਿਲੀ ਜਿਹੜੀ ਆਈਗਨ ਅਵਸਥਾ ਹੈ, ਸਾਡੀ ਆਈਗਨ ਵੈਲਿਊ ਹੈ, ਸਾਨੂੰ ਮਿਲਦੀ ਹੈ, ਤੇ ਅਲਫਾ ਬੀਟਾ ਸਾਨੂੰ ਦੁਬਾਰਾ ਮਿਲਦਾ ਹੈ। ਤਾਂ ਇਹ ਸਾਨੂੰ ਅਲਫਾ ਬੀਟਾ ਦਾ ਮੁੱਲ ਕਿੰਨਾ ਹੋਣਾ ਚਾਹੀਦਾ ਹੈ, ਅਸੀਂ ਪਤਾ ਕਰਨਾ ਹੈ। ਤੇ ਦੂਜੀ ਵੈਲਿਊ ਆਈਗਨ ਵੈਲਿਊ ਸਾਡੀ -1 ਵੀ ਮਿਲ ਸਕਦੀ ਹੈ ਸਾਨੂੰ, ਤਾਂ ਇੱਕ -1 ਮਿਲ ਸਕਦੀ ਹੈ, ਇੱਕ +1। ਤਾਂ ਦੋਵਾਂ ਦੇ ਨਾਲ ਅਸੀਂ ਇਹ ਇੱਥੇ ਲਿਖ ਕੇ ਸਟੇਟ ਵੈਕਟਰ ਅਲਫਾ ਬੀਟਾ ਦੇ ਉੱਤੇ ਆਪਰੇਟ ਕਰਦੇ ਹਾਂ ਸਿਗਮਾ z ਦੇ ਨਾਲ। ਇੱਥੇ ਜਦੋਂ ਇਸ ਨੂੰ ਮਲਟੀਪਲਾਈ ਕਰਾਂਗੇ, ਅਸੀਂ 1 0 ਨੂੰ ਅਲਫਾ ਬੀਟਾ ਨਾਲ ਮਲਟੀਪਲਾਈ ਕਰਾਂਗੇ ਪਹਿਲੀ ਵਾਲੀ ਹੌਰੀਜ਼ੌਨਟਲ ਲਾਈਨ ਨਾਲ, ਤੇ ਵਰਟੀਕਲ ਸਾਰੀ ਦਾ ਅਲਫਾ ਆਏਗਾ ਉੱਪਰ, ਤੇ ਥੱਲੇ -1 ਹੈ। ਦੂਜੀ ਲਾਈਨ ਦੇ ਨਾਲ ਅਸੀਂ ਹੌਰੀਜ਼ੌਨਟਲ ਲਾਈਨ ਦੇ ਨਾਲ ਮਲਟੀਪਲਾਈ ਕਰਾਂਗੇ, ਤਾਂ ਮਾਈਨਸ ਬੀਟਾ ਆਏਗਾ, ਤਾਂ ਇਹ ਸਾਨੂੰ ਵਾਪਸ ਮਿਲਦਾ। ਫਸਟ ਹੈ ਕਿ ਇੱਥੇ ਬੀਟਾ ਨਹੀਂ ਹੋਣਾ ਚਾਹੀਦਾ, ਇਸ ਲਈ ਸਾਡਾ ਲੋੜੀਂਦਾ ਆਈਗਨ ਵੈਕਟਰ ਸਿਰਫ ਉੱਪਰਲੇ ਪਾਸੇ ਅਲਫਾ ਦੇ ਰੂਪ ਦੇ ਵਿੱਚ ਹੀ ਕੋਈ ਮੁੱਲ ਰੱਖਦਾ ਹੈ,
ਅਸੀਂ ਅਲਫੇ ਦਾ ਮੁੱਲ ਵੀ 1 ਹੀ ਚੁਣਦੇ ਹਾਂ ਤਾਂ ਜੋ ਅਲਫਾ ਪ੍ਰੋਬੇਬਿਲਿਟੀ ਵੀ 1 ਬਣ ਸਕੇ। ਇੱਥੇ ਸਾਨੂੰ ਬੀਟਾ ਦੀ ਵੈਲਿਊ ਨਹੀਂ ਚਾਹੀਦੀ, ਯਾਨੀ ਕਿ ਉੱਪਰ 1 ਚਾਹੀਦਾ ਹੈ ਤੇ ਨੀਚੇ 0 ਚਾਹੀਦੀ ਹੈ। ਤੇ ਹੁਣ ਅਸੀਂ ਦੂਜੀ ਸਮੀਕਰਨ ਤੇ ਵਿਚਾਰ ਕਰਦੇ ਹਾਂ, ਜਿਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਇੱਥੇ ਅਲਫਾ 0 ਹੋਣਾ ਚਾਹੀਦਾ ਹੈ ਤੇ ਬੀਟਾ 1 ਲਿਆ ਜਾਣਾ ਚਾਹੀਦਾ ਹੈ। ਤਾਂ ਦੂਜੀ ਸਮੀਕਰਨ ਹੈ -1 ਵਾਲੀ। ਤਾਂ -1 ਦੇ ਲਈ ਅਸੀਂ ਦੇਖ ਰਹੇ ਹਾਂ ਕਿ ਇੱਥੇ ਅਲਫਾ -1 ਤੇ ਇੱਥੇ ਸਾਨੂੰ ਮਾਈਨਸ ਅਲਫਾ ਨਹੀਂ ਚਾਹੀਦਾ, ਮਾਈਨਸ ਅਲਫਾ ਦੀ ਜਗ੍ਹਾ 0 ਹੋਣਾ ਚਾਹੀਦਾ ਹੈ ਤੇ ਬੀਟਾ ਹੈ ਜੋ ਇਹ 1 ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਸਾਡੇ ਦੋਵੇਂ ਅਵਸਥਾ ਵੈਕਟਰ ਇਹ ਬਣ ਜਾਂਦੇ ਹਨ। ਇੱਕ ਤੇ 1 ਤੇ 0 ਬਣ ਜਾਂਦਾ, ਬੀਟਾ ਨਹੀਂ ਹੋਣਾ ਚਾਹੀਦਾ, ਉੱਪਰ ਅਲਫਾ ਹੋਣਾ ਚਾਹੀਦਾ ਇੱਕ, ਤੇ ਦੂਜਾ ਜੀ ਸਪਿਨ ਅਵਸਥਾ ਸਪੇਸ ਸੈਕਟ ਵੈਕਟਰ 0 1 ਹੋਣਾ ਚਾਹੀਦਾ, ਜਿੱਥੇ ਅਲਫਾ 0 ਹੋਣਾ ਚਾਹੀਦਾ, ਬੀਟਾ 1 ਹੋਣਾ ਚਾਹੀਦਾ। ਤੇ ਇਸ ਨੂੰ ਅਸੀਂ ਇਸ ਤਰੀਕੇ ਨਾਲ ਡਾਊਨ ਅਵਸਥਾ ਲਿਖਦੇ ਹਾਂ, ਇਸ ਨੂੰ ਅਪ ਅਵਸਥਾ ਲਿਖਦੇ ਹਾਂ, ਕਿਉਂਕਿ ਇੱਥੇ ਉੱਪਰ 1 ਹੈ, ਥੱਲੇ 0 ਹੈ। ਸਾਰਾ ਇਸਦਾ ਜੋ ਵੀ ਫੀਲਡ ਦਾ ਪ੍ਰੈਸ਼ਰ ਦਾ ਵੈਕਟਰ ਦਾ ਸਾਰਾ ਪ੍ਰੈਸ਼ਰ ਉੱਪਰ ਵੱਲ ਹੈ, ਇੱਥੇ ਥੱਲੇ ਵੱਲ ਹੈ। ਹੁਣ ਅਸੀਂ ਇਹੀ ਪ੍ਰਕਿਰਿਆ ਸਿਗਮਾ ਐਕਸ ਦੇ ਲਈ ਐਕਸ ਧੁਰੇ ਦੀ ਦਿਸ਼ਾ ਵਿੱਚ ਵੀ ਕਰਦੇ ਹਾਂ। ਤਾਂ ਇਸ ਦੇ ਲਈ ਜਦੋਂ ਅਸੀਂ ਇਹੀ ਕਰਾਂਗੇ ਤਾਂ ਸਾਨੂੰ ਇੱਥੇ 2 ਮੁੱਲ ਮਿਲਣਗੇ। ਇਹਨਾਂ ਸਮੀਕਰਨਾਂ ਨੂੰ ਹੱਲ ਕਰਨ ਤੇ ਸਾਨੂੰ ਇਹ ਮਿਲੇਗਾ ਅਲਫਾ ਬੀਟਾ ਇਜ਼ ਇਕੁਅਲ ਟੂ ਬੀਟਾ ਅਲਫਾ, ਤੇ ਅਲਫਾ ਬੀਟਾ ਇਜ਼ ਇਕੁਅਲ ਟੂ ਦੂਜੀ ਇਕੁਏਸ਼ਨ ਹੈ -1 ਵਾਲੀ, ਇਹ ਵਾਲੀ। ਇਸ ਨੂੰ ਅਗਰ ਅਸੀਂ ਸੋਲਵ ਕਰਕੇ ਦੇਖਾਂਗੇ ਤਾਂ ਇੱਥੇ ਸਾਨੂੰ ਪਤਾ ਲੱਗੇਗਾ ਕਿ 0 ਇੱਥੇ ਮਾਈਨਸ ਬੀਟਾ ਆਏਗਾ ਉੱਪਰ, ਕਿਉਂਕਿ ਇੱਥੇ ਅੱਗੇ ਮਾਈਨਸ ਹੈ। ਤਾਂ ਤੁਸੀਂ ਇਸ ਨੂੰ ਸੋਲਵ ਕਰਕੇ ਦੇਖ ਸਕਦੇ ਹੋ ਮਲਟੀਪਲਾਈ ਕਰਕੇ, ਤੇ ਇੱਥੇ ਅਲਫਾ ਬੀਟਾ ਇਜ਼ ਇਕੁਅਲ ਟੂ ਮਾਈਨਸ ਬੀਟਾ ਮਾਈਨਸ ਅਲਫਾ ਆਏਗਾ। ਇੱਥੇ ਅਲਫਾ ਬੀਟਾ ਦੇ ਬਰਾਬਰ ਬੀਟਾ ਅਲਫਾ ਆਏਗਾ, ਯਾਨੀ ਕਿ ਅਸੀਂ ਅਲਫਾ ਤੇ ਬੀਟਾ ਦੇ ਅਜਿਹੇ ਮੁੱਲ ਲੈ ਸਕਦੇ ਹਾਂ ਜੋ ਜਾਂ ਤਾਂ ਇੱਕ ਦੂਜੇ ਦੇ ਬਰਾਬਰ ਹੋਣ ਜਾਂ ਉਲਟ ਚਿੰਨ੍ਹ ਰੱਖਦੇ ਹੋਣ। ਇੱਥੇ ਅਲਫਾ ਬੀਟਾ ਦੇ ਬਰਾਬਰ ਵੀ ਹੋ ਸਕਦਾ ਹੈ ਤੇ ਅਲਫਾ ਬੀਟਾ ਤੋਂ ਉਲਟ ਚਿੰਨ੍ਹ ਵਾਲਾ ਵੀ ਹੋ ਸਕਦਾ ਹੈ। ਜਦੋਂ ਅਲਫਾ ਬੀਟਾ ਤੋਂ ਉਲਟ ਚਿੰਨ੍ਹ ਵਾਲਾ ਹੋਏਗਾ ਤਾਂ ਬੀਟਾ ਆਪਣੇ ਆਪ ਅਲਫਾ ਤੋਂ ਉਲਟ ਚਿੰਨ੍ਹ ਵਾਲਾ ਬਣ ਜਾਂਦਾ ਹੈ। ਹਾਲਾਂਕਿ ਇੱਥੇ ਦੋਹਾਂ ਦੇ ਮੁੱਲ 1 ਜਾਂ -1 ਰੱਖੇ ਜਾ ਸਕਦੇ ਹਨ, ਪਰ ਇੱਕ ਢੁਕਵੀਂ ਚੋਣ 1/√2 ਅਤੇ ±√2 ±√2 ਹੋਵੇਗੀ, ਕਿਉਂਕਿ ਇਸ ਤਰ੍ਹਾਂ ਨਾਲ ਕੁੱਲ ਪ੍ਰੋਬੇਬਿਲਿਟੀ 1 ਰਹੇਗੀ। ਯਾਦ ਰੱਖੋ ਕਿ ਕੁੱਲ ਪ੍ਰੋਬੇਬਿਲਿਟੀ ਇਹ ਹੁੰਦੀ ਹੈ ਐਲਫਾ ਸਟਾਰ ਐਲਫਾ ਪਲੱਸ ਬੀਟਾ ਸਟਾਰ ਬੀਟਾ ਇਜ਼ ਇਕੁਅਲ ਟੂ 1। ਇੱਥੇ ਅਗਰ ਅਸੀਂ 1/√2 ਲਵਾਂਗੇ ਤਾਂ 1/√2 ਤੇ 1/√2 ਮਲਟੀਪਲਾਈ ਹੋ ਕੇ ਹਾਫ ਹੋ ਜਾਏਗਾ, ਤੇ ਹਾਫ ਪਲੱਸ ਹਾਫ ਇਜ਼ ਇਕੁਅਲ ਟੂ 1 ਬਣ ਜਾਏਗਾ। ਜੋ ਪਿਛਲੇ ਸਿਗਮਾ ਜੀ ਦੇ ਮਾਮਲੇ ਵਿੱਚ ਬੀਟਾ ਜਾਂ ਐਕਸ ਦੇ 0 ਹੋਣ ਦਾ ਕਾਰਨ
1 ਅਤੇ -1 ਦੇ ਮੁੱਲਾਂ ਦੇ ਨਾਲ ਸਹੀ ਬੈਠਦੀ ਸੀ। ਪਰ ਇਸ ਮਾਮਲੇ ਵਿੱਚ ਇਹਨਾਂ ਦਾ ਮੁੱਲ ਪਲੱਸ ਮਾਈਨਸ ਹਾਫ 1/√2 ਹੀ ਸਹੀ ਰਹੇਗਾ। ਇਸ ਤਰ੍ਹਾਂ ਸਾਡੇ ਲੋੜੀਂਦੇ ਸਿਗਮਾ x ਦੇ ਆਈਗਨ ਵੈਕਟਰ ਆਈਗਨ ਮੁੱਲਾਂ ਪਲੱਸ ਮਾਈਨਸ ਨਾਲ ਇਹ ਬਣ ਜਾਂਦੇ ਹਨ। ਪਲੱਸ ਮਾਈਨਸ 1 ਦੇ ਨਾਲ ਇਹ ਬਣ ਜਾਂਦੇ ਹਨ। ਐਕਸ ਸਪਿਨ ਅਵਸਥਾ ਦੇ ਵਿੱਚ ਸਪੇਸ ਕੈਟ ਵੈਕਟਰ ਦੋਵੇਂ ਸਾਨੂੰ ਬਰਾਬਰ ਇਹ ਬਣ ਜਾਂਦੇ ਆ। ਇੱਕ ਤਾਂ 1/√2 ਤੇ 1/√2 ਉੱਪਰ ਥੱਲੇ ਦੋਵੇਂ ਪਾਸੇ ਬਰਾਬਰ ਲਿਖ ਕੇ, ਤੇ ਦੂਜਾ ਇੱਕ ਦੂਜੇ ਤੋਂ ਉਲਟਾ ਲਿਖ ਕੇ ਵੀ ਬਣ ਜਾਏਗਾ। 1/√2 ਤੇ ਥੱਲੇ -1/√2। ਐਕਸ ਸਪਿਨ ਅਵਸਥਾ ਸਪੇਸ ਕੈਟ ਵੈਕਟਰ 1/√2 1/√2 ਤੇ ਦੂਜਾ 1/√2 ਤੇ -1/√2। ਧਿਆਨ ਦਿਓ ਕਿ ਪਹਿਲਾ ਕੈਟ ਵੈਕਟਰ ਐਕਸ ਧੁਰੇ ਦੇ ਸੱਜੇ ਦਿਸ਼ਾ ਦਾ ਸਪਿਨ ਦਰਸਾਉਂਦਾ ਹੈ ਤੇ ਦੂਜਾ ਕੈਟ ਵੈਕਟਰ ਖੱਬੇ ਪਾਸੇ ਇਸ਼ਾਰਾ ਕਰਦਾ ਹੈ। ਇੱਕ ਪਲੱਸ ਵਾਲਾ ਹੈ, ਦੂਜਾ ਮਾਈਨਸ ਵਾਲਾ ਹੈ। ਇਹ ਇੱਕ ਸੱਜੇ ਪਾਸੇ ਦੀ ਸਪਿਨ ਨੂੰ ਦਰਸਾਉਂਦਾ ਹੈ ਤੇ ਦੂਜਾ ਖੱਬੇ ਪਾਸੇ ਵੱਲ ਇਸ਼ਾਰਾ ਕਰਦਾ ਹੈ। ਇਹਨਾਂ ਦੋਵੇਂ ਅਵਸਥਾਵਾਂ ਨੂੰ ਅਸੀਂ ਇਹਨਾਂ ਚਿੰਨ੍ਹਾਂ ਨਾਲ ਵੀ ਦਰਸਾ ਸਕਦੇ ਹਾਂ। ਸੱਜਾ ਸਪਿਨ ਇਜ਼ ਇਕੁਅਲ ਟੂ ਰਾਈਟ, ਇਹ ਐਰੋ ਦਾ ਨਿਸ਼ਾਨ ਹੈ ਰਾਈਟ ਵਾਲੇ ਪਾਸੇ, ਤੇ ਖੱਬਾ ਸਪਿਨ ਇਜ਼ ਇਕੁਅਲ ਟੂ ਲੈਫਟ ਕੈਟ, ਇਸ ਨੂੰ ਖੱਬੇ ਪਾਸੇ ਇਸ਼ਾਰਾ ਕਰਦਾ ਵੀ ਦਿਖਾ ਸਕਦੇ ਹਾਂ। ਤੇ ਤਿੰਨ ਤਰੀਕੇ ਨਾਲ ਅਸੀਂ ਇਸ ਨੂੰ ਲਿਖ ਸਕਦੇ ਹਾਂ। ਸੱਜਾ ਸਪਿਨ ਨੂੰ ਰਾਈਟ ਕੱਟ ਲਿਖ ਸਕਦੇ ਹਾਂ, ਖੱਬੇ ਨੂੰ ਲੈਫਟ ਕੱਟ ਲਿਖ ਸਕਦੇ ਹਾਂ, ਤੇ ਇਸ ਤਰੀਕੇ ਨਾਲ ਚਿੰਨ੍ਹ ਦੇ ਰੂਪ ਦੇ ਵਿੱਚ ਵੀ ਦਰਸਾ ਸਕਦੇ ਹਾਂ, ਐਰੋ ਦੇ ਰੂਪ ਦੇ ਵਿੱਚ। ਆਓ ਹੁਣ ਤੀਜੇ ਧੁਰੇ ਵਾਈ ਐਕਸਿਸ ਦੀ ਦਿਸ਼ਾ ਵਿੱਚ ਇਹ ਨਾਪ ਲਈਏ। 0 ਮਾਈਨਸ ਆਇਓਟਾ 0 ਐਲਫਾ ਬੀਟਾ ਇਜ਼ ਇਕੁਅਲ ਟੂ +1 ਐਲਫਾ ਬੀਟਾ ਸਾਨੂੰ ਦੁਬਾਰਾ ਮਿਲਣਾ ਚਾਹੀਦਾ ਤੇ +1 ਦੀ ਆਈਗਨ ਵੈਲਿਊ ਹੋਣੀ ਚਾਹੀਦੀ ਹੈ। ਤਾਂ ਇਸ ਨੂੰ ਸਾਨੂੰ ਸੋਲਵ ਕਰਨਾ ਪਏਗਾ। ਇਹਦੇ ਵਿੱਚ ਆਇਓਟਾ ਵੀ ਹੈ, ਕਿਉਂਕਿ ਪਹਿਲਾਂ ਬਿਨਾਂ ਆਇਓਟੇ ਤੋਂ ਸੀਗੀਆਂ ਜੋ ਵੀ ਇਕੁਏਸ਼ਨਾਂ, ਤੇ ਹੁਣ ਇਹਦੇ ਵਿੱਚ ਆਇਓਟਾ ਵੀ ਨਾਲ ਹੈ ਜੋ ਇਹ ਸ਼ਰਤਾਂ ਮੰਗਦੇ ਹਨ। ਤੇ ਦੂਜੀ ਆਈਗਨ ਵੈਲਿਊ -1 ਆ ਸਕਦੀ ਹੈ। ਇੱਥੇ +1 ਤੇ -1 ਤੇ ਦੋ ਇਕੁਏਸ਼ਨਾਂ ਨੇ। ਤਾਂ ਇਹਨਾਂ ਦੀਆਂ ਸ਼ਰਤਾਂ ਇਹ ਨੇ, ਐਲਫਾ ਬੀਟਾ ਇਜ਼ ਇਕੁਅਲ ਟੂ ਮਾਈਨਸ ਆਇਓਟਾ ਬੀਟਾ ਪਲੱਸ ਆਇਓਟਾ ਅਲਫਾ ਇਜ਼ ਇਕੁਅਲ ਟੂ ਆਇਓਟਾ ਮਾਈਨਸ ਬੀਟਾ ਪਲੱਸ ਅਲਫਾ। ਇਸ ਨੂੰ ਅਗਰ ਅਸੀਂ ਸੋਲਵ ਕਰਾਂਗੇ ਤਾਂ ਦੇਖਾਂਗੇ ਕਿ 0 ਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ 0 ਹੋਏਗਾ, ਮਾਈਨਸ ਆਇਓਟਾ ਨੂੰ ਬੀਟਾ ਨਾਲ ਕਰਾਂਗੇ ਤਾਂ ਮਾਈਨਸ ਆਇਓਟਾ ਬੀਟਾ ਬਣ ਜਾਏਗਾ ਉੱਪਰ ਵਾਲੇ ਪਾਸੇ। ਇੱਥੇ ਮਾਈਨਸ ਆਇਓਟਾ ਬੀਟਾ ਹੋਣਾ ਚਾਹੀਦਾ, ਤੇ ਥੱਲੇ ਵਾਲਾ ਬੀਟਾ ਹੈ ਜੋ ਇਹ ਥੱਲੇ ਵਾਲੀ ਲਾਈਨ ਨਾਲ ਮਲਟੀਪਲਾਈ ਹੋਏਗਾ ਆਇਓਟਾ ਬੀਟਾ, ਤੇ ਆਇਓਟੇ ਦੇ ਨਾਲ ਅਲਫਾ ਦਾ ਮਲਟੀਪਲਾਈ ਹੋਏਗਾ 0 ਦਾ ਬੀਟੇ ਨਾਲ, ਤਾਂ ਅਲਫਾ ਆ ਜਾਏਗਾ ਥੱਲੇ ਅਲਫਾ ਤੇ ਨਾਲ ਆਇਓਟਾ ਅਲਫਾ ਥੱਲੇ ਆ ਜਾਏਗਾ। ਤਾਂ ਮਾਈਨਸ ਆਇਓਟਾ ਬੀਟਾ ਪਲੱਸ ਆਇਓਟਾ ਅਲਫਾ ਇਜ਼ ਇਕੁਅਲ ਟੂ, ਇਸ ਵਿੱਚ ਅਸੀਂ ਆਇਓਟਾ ਬਾਹਰ ਕੱਢ ਕੇ ਲਿਖ ਸਕਦੇ ਹਾਂ। ਅੰਦਰ ਮਾਈਨਸ ਬੀਟਾ ਡਿਵਾਈਡ ਬਾਈ ਮਾਈਨਸ ਬੀਟਾ ਐਂਡ ਪਲੱਸ ਅਲਫਾ ਥੱਲੇ ਲਿਖਿਆ ਜਾਏਗਾ। ਇਹ ਸ਼ਰਤਾਂ ਇਸ ਦੀਆਂ ਹੋਣਗੀਆਂ। ਤੇ ਦੂਜੀ ਇਕੁਏਸ਼ਨ ਦੇ ਲਈ ਅਸੀਂ ਨੂੰ ਮਲਟੀਪਲਾਈ ਕਰਦੇ ਹਾਂ, ਮਾਈਨਸ ਆਇਓਟਾ ਬੀਟਾ ਆਏਗਾ ਇੱਥੇ, ਤੇ ਕਿਉਂਕਿ ਇੱਥੇ ਪਹਿਲਾਂ ਹੀ ਮਾਈਨਸ ਹੈ ਇਸ ਲਈ ਇੱਥੇ ਆਇਓਟਾ ਬੀਟਾ ਪੋਜ਼ਿਟਿਵ ਹੀ ਰਹੇਗਾ। ਤੇ ਦੂਜੀ ਲਾਈਨ ਹੈ ਜੋ ਇਸ ਨੂੰ ਅਸੀਂ ਮਲਟੀਪਲਾਈ ਕਰਾਂਗੇ, ਆਇਓਟਾ ਅਲਫਾ ਆਉਂਦਾ ਤੇ ਇੱਥੇ -1 ਹੈ ਇਸ ਲਈ ਮਾਈਨਸ ਆਇਓਟਾ ਅਲਫਾ ਆਏਗਾ ਇੱਥੇ। ਤਾਂ ਇਸ ਦੇ ਵਿੱਚ ਅਸੀਂ ਆਇਓਟਾ ਬਾਹਰ ਕੱਢ ਕੇ ਲਿਖ ਦਿੰਦੇ ਹਾਂ ਇਸ ਇਕੁਏਸ਼ਨ ਵਿੱਚ, ਤੇ ਉੱਪਰ ਬੀਟਾ ਰਹਿ ਜਾਂਦਾ, ਥੱਲੇ ਮਾਈਨਸ ਅਲਫਾ ਰਹਿ ਜਾਂਦਾ। ਉੱਪਰ ਉਲਟਾ ਚਿੰਨ੍ਹ ਹੈ, ਮਾਈਨਸ ਬੀਟਾ, ਇੱਥੇ ਪਲੱਸ ਬੀਟਾ, ਦੋਨਾਂ ਦੇ ਚਿੰਨ੍ਹ ਆਪਸ ਵਿੱਚ ਉਲਟ ਨੇ।
अर्थात अल्फा है जो ये आयोटा बीटा का प्लस माइनस आंदा है, या फिर बीटा जिहड़ा ये आयोटा का प्लस माइनस आंदा है। यही होने चाहिए हैं इसके मुੱਲ ਤੇ ਨਾਲ ਹੀ ਜਿਹੜੀ ਪ੍ਰੋਬੇਬਿਲਿਟੀ ਵਾਲੀ ਸ਼ਰਤ ਹੈ ਜਿਹੜੀ ਕਿ ਅਲਫਾ ਸਟਾਰ ਅਲਫਾ ਤੇ ਬੀਟਾ ਸਟਾਰ ਬੀਟਾ ਇਜ਼ ਇਕੁਅਲ ਟੂ 1 ਵੀ ਪੂਰੀ ਹੋਣੀ ਚਾਹੀਦੀ ਹੈ। ਤਾਂ ਪਹਿਲਾਂ ਅਲਫਾ ਇਜ਼ ਇਕੁਅਲ ਟੂ ਮਾਈਨਸ ਆਇਓਟਾ ਬੀਟਾ ਲੈ ਕੇ ਅਸੀਂ ਇਹ ਹੱਲ ਲੱਭਦੇ ਹਾਂ। ਅਲਫਾ ਸਟਾਰ ਅਲਫਾ ਪਲੱਸ ਇੱਥੇ ਅਲਫਾ ਦੀ ਜਗ੍ਹਾ ਅਸੀਂ ਮਾਈਨਸ ਆਇਓਟਾ ਬੀਟਾ ਲੈਂਦੇ ਹਾਂ ਤੇ ਮਾਈਨਸ ਆਇਓਟਾ ਬੀਟਾ ਇੱਥੇ ਬੀਟਾ ਆਲਰੇਡੀ ਹੈ, ਬੀਟਾ ਇੱਥੇ ਮਾਈਨਸ ਆਇਓਟਾ ਅਲਫਾ ਆਏਗਾ, ਮਾਈਨਸ ਆਇਓਟਾ ਅਲਫਾ ਤੇ ਦੂਜਾ ਇਸੇ ਦਾ ਕੰਜੂਗੇਟ ਹੈ ਆਇਓਟਾ ਅਲਫਾ। ए इज इक्वल टू 1 होना चाहिए। ਇੱਥੇ ਇਹ ਅਲਫਾ ਸਕੇਅਰ ਹੋ ਜਾਏਗਾ ਪਲੱਸ ਇਹ ਵੀ ਅਲਫਾ ਸਕੇਅਰ ਹੋ ਜਾਏਗਾ ਤੇ ਆਇਓਟਾ ਮਲਟੀਪਲਾਈ ਹੋ ਕੇ -1 ਬਣ ਜਾਂਦਾ ਹੈ, ਇਹ ਵਾਲਾ ਮਾਈਨਸ ਉੜ ਕੇ ਇੱਥੇ ਪਲੱਸ ਹੋ ਜਾਂਦਾ। ਤਾਂ ਅਲਫਾ ਸਕੇਅਰ ਪਲੱਸ ਅਲਫਾ ਸਕੇਅਰ ਇਜ਼ ਇਕੁਅਲ ਟੂ 1 ਹੋਣਾ ਚਾਹੀਦਾ, ਯਾਨੀ ਕਿ 2 ਅਲਫਾ ਸਕੇਅਰ ਬਾਈ 2 ਅਲਫਾ ਸਕੇਅਰ इज इक्वल टू 1 ਤੇ ਅਲਫਾ ਇਜ਼ ਇਕੁਅਲ ਟੂ 1 ਬਾਈ ਅੰਡਰ ਰੂਟ 1 ਬਾਈ 2 ਆ ਜਾਏਗਾ ਤੇ ਅਲਫਾ ਇਜ਼ ਇਕੁਅਲ ਟੂ 1 ਬਾਈ ਅੰਡਰ ਰੂਟ 2 ਆ ਜਾਏਗਾ ਤੇ ਮਾਈਨਸ ਪਲੱਸ ਮਾਈਨਸ ਦੇ ਨਾਲ ਹੀ ਹੁੰਦਾ ਜਦੋਂ ਅਸੀਂ ਸਕੁਅਰ ਰੂਟ ਕਰਦੇ ਹਾਂ। ਇਸੇ ਤਰੀਕੇ ਨਾਲ ਫਿਰ ਜਿਹੜਾ ਬੀਟਾ ਹੈ ਇੱਥੇ ਇਹਦੇ 'ਚ ਬੀਟੇ ਦੀ ਵੈਲਿਊ ਭਰਾਂਗੇ ਅਸੀਂ, ਬੀਟਾ ਇਜ਼ ਇਕੁਅਲ ਟੂ ਆਇਓਟਾ ਅਲਫਾ, ਯਾਨੀ ਕਿ ਅਲਫਾ ਦੀ ਵੈਲਿਊ ਅਗਰ ਅਸੀਂ ਪਲੱਸ ਮਾਈਨਸ 1 ਬਾਈ ਅੰਡਰ ਰੂਟ 2 ਲਿਖਦੇ ਹਾਂ ਤਾਂ ਇਸ ਨੂੰ ਆਇਓਟਾ ਦੇ ਨਾਲ ਗੁਣਾ ਕਰਕੇ ਸਾਨੂੰ ਬੀਟਾ ਦੀ ਵੈਲਿਊ ਮਿਲ ਜਾਂਦੀ ਹੈ ਪਲੱਸ ਮਾਈਨਸ ਆਇਓਟਾ ਬਾਈ ਅੰਡਰ ਰੂਟ 2। ਇਸ ਤਰ੍ਹਾਂ ਸਾਨੂੰ ਸਿਗਮਾ y ਦੀ ਦਿਸ਼ਾ ਦੇ ਵਿੱਚ ਇਹ ਅਵਸਥਾ ਵੈਕਟਰ ਮਿਲ ਜਾਂਦੇ ਆ। y in अवस्था cat vector is equal to 1 by under root 2 iota under root iota y under root 2 ਤੇ ਦੂਜਾ ਹੈਗਾ 1 by under root 2 ਤੇ ਮਾਈਨਸ, ਕਿਉਂਕਿ ਇੱਥੇ ਮਾਈਨਸ ਅਲਫਾ ਹੈ ਉੱਪਰ ਵਾਲੇ ਤੋਂ ਉਲਟਾ ਚਿੰਨ ਵਾਲਾ ਹੈ ਤਾਂ ਇਹ ਮਾਈਨਸ ਆਇਓਟਾ ਅੰਡਰ ਰੂਟ 2 ਤਾਂ ਸਾਨੂੰ ਦੋ ਅਵਸਥਾ ਵੈਕਟਰ ਮਿਲ ਜਾਂਦੇ ਨੇ, ਦੋ ਕੈਟ ਵੈਕਟਰ। ਇਹ ਸਿਗਮਾ y ਦੀ ਦਿਸ਼ਾ ਦੇ ਵਿੱਚ ਹੈ। ਤਾਂ ਪਹਿਲਾ ਕੈਟ ਵੈਕਟਰ ਪਾਠਕ ਵੱਲ ਨੂੰ ਇਸ਼ਾਰਾ ਕਰਦਾ ਹੈ, ਇਸ ਲਈ ਇਸ ਨੂੰ ਸਾਹਮਣੇ ਜਾਂ ਬਾਹਰਲਾ ਪਾਸਾ ਕਹਿ ਸਕਦੇ ਹਾਂ, ਅਤੇ ਦੂਜਾ ਕੈਟ ਵੈਕਟਰ ਸਕਰੀਨ ਜਾਂ ਕਾਗਜ਼ ਦੇ ਪੰਨੇ ਤੋਂ ਪਰਾਂ ਵੱਲ ਇਸ਼ਾਰਾ ਕਰਦਾ ਹੈ, ਇਸ ਲਈ ਉਸ ਨੂੰ ਪਿੱਛੇ ਜਾਂ ਅੰਦਰ ਦਾ ਸਪਿਨ ਕੈਟ ਵੈਕਟਰ ਕਹਿ ਸਕਦੇ ਹਾਂ। ਇਹਨਾਂ ਨੂੰ ਇਹਨਾਂ ਚਿੰਨ੍ਹਾਂ ਦੇ ਨਾਲ ਲਿਖ ਸਕਦੇ ਹਾਂ, ਸਾਹਮਣੇ ਲਿਖ ਸਕਦੇ ਹਾਂ ਜਾਂ ਆਊਟ ਲਿਖ ਸਕਦੇ ਹਾਂ, ਜੋ ਸਾਡੇ ਵੱਲ ਨੂੰ ਆਉਂਦਾ ਸਕਰੀਨ ਤੋਂ ਸਾਡੇ ਵੱਲ ਨੂੰ ਪਾਠਕ ਵੱਲ ਨੂੰ ਇਹ ਇਸ਼ਾਰਾ ਕਰਦਾ। ਤੇ ਪਿੱਛੇ ਵਾਲਾ ਇਸ ਨੂੰ ਇਨ ਵੈਕਟਰ ਕਹਿ ਸਕਦੇ ਹਾਂ, ਇਹ ਪਰਾਂ ਨੂੰ ਜਾਂਦਾ ਹੈ ਵੱਲ ਨੂੰ, ਸਕਰੀਨ ਤੋਂ ਪਰਾਂ ਵੱਲ ਨੂੰ ਦੀ ਦਿਸ਼ਾ ਇਹ। ਇਸ ਤਰ੍ਹਾਂ ਸਾਡੇ ਕੋਲ ਸਾਰੀਆਂ 6 ਦਿਸ਼ਾਵਾਂ ਵਿੱਚ ਪੋਲਰਾਈਜ਼ ਹੋਇਆ ਇਲੈਕਟ੍ਰੋਨ ਮਿਲ ਜਾਂਦਾ ਹੈ, ਜਿਸ ਦੀਆਂ ਸਾਰੀਆਂ ਸਪਿਨ ਕੰਪੋਨੈਂਟ ਅਵਸਥਾਵਾਂ ਜੀ ਐਕਸਿਸ ਦੀ ਮੂਲ ਆਧਾਰ ਅਵਸਥਾ ਦੇ ਰੇਖਿਕ ਮੇਲਾਂ ਦੀ ਸੁਪਰਪੋਜੀਸ਼ਨ ਦੇ ਰੂਪ ਵਿੱਚ ਦਰਸਾਈਆਂ ਜਾ ਸਕਦੀਆਂ ਹਨ। ਆਓ ਹੁਣ ਸਪਿਨ 1 ਤੇ ਵਿਚਾਰ ਕਰੀਏ। ਤਾਂ ਇਹ ਸਾਰਾ ਸਪਿਨ ਹਾਫ ਬਾਰੇ ਸੀ, ਹੁਣ ਅਸੀਂ ਸਪਿਨ 1 ਬਾਰੇ ਪੜਾਂਗੇ। ਅਗਲਾ ਟੌਪਿਕ ਹੈ ਸਾਡਾ ਸਪਿਨ 1। ਸਪਿਨ 1 ਵੀ ਦਿਲਚਸਪ ਚੀਜ਼ ਹੈ। ਇਸ ਮਾਮਲੇ ਵਿੱਚ ਸਪਿਨ ਦਾ ਜੀ ਕੰਪੋਨੈਂਟ 3 ਅਵਸਥਾਵਾਂ ਰੱਖਦਾ ਹੈ, ਪਲੱਸ ਹਾਫ, 0 ਤੇ ਮਾਈਨਸ ਹਾਫ, ਪਲੱਸ 1, 0 ਅਤੇ ਮਾਈਨਸ 1। ਇਹ ਸਪਿਨ ਅਵਸਥਾ ਬੋਸੋਨਾਂ ਨਾਲ ਸੰਬੰਧ ਰੱਖਦੀ ਹੈ। ਤਾਂ ਪਹਿਲਾਂ ਅਸੀਂ ਪਲੱਸ ਹਾਫ ਤੇ ਮਾਈਨਸ ਹਾਫ ਬਾਰੇ ਪੜ੍ਹਿਆ, ਹੁਣ ਅਸੀਂ ਪੜਾਂਗੇ
ਸਪਿਨ 1 ਪਾਰਟੀਕਲਾਂ ਦੇ ਬਾਰੇ, ਜਿਹਦੇ ਵਿੱਚ 3 ਅਵਸਥਾਵਾਂ ਹੁੰਦੀਆਂ, ਜਿਨ੍ਹਾਂ ਦੇ ਮਾਮਲੇ 'ਚ ਇੱਕ +1 ਤੇ ਦੂਜੀ -1 ਤੇ ਇੱਕ 0 ਵਾਲੀ ਅਵਸਥਾ ਵੀ ਹੁੰਦੀ ਹੈ ਕਿ ਤੇ ਸਾਰੀਆਂ ਆਪਸ ਵਿੱਚ ਇੱਕ ਕੁਆਂਟਮ ਦੂਰੀ ਤੇ ਹੁੰਦੀਆਂ। ਇਹ ਸਪਿਨ ਅਵਸਥਾ ਬੋਸੋਨਾਂ ਨਾਲ ਸੰਬੰਧ ਰੱਖਦੀ ਹੈ। ਹੁਣ ਅਵਸਥਾਵਾਂ ਦੀ ਸਪੇਸ 3 ਅਯਾਮੀ ਹੁੰਦੀ ਹੈ, 3 ਡਾਇਮੈਂਸ਼ਨਲ ਹੁੰਦੀ ਹੈ, ਤੇ ਅਸੀਂ ਇਸ ਨੂੰ 3 ਡਾਇਮੈਂਸ਼ਨਾਂ ਵਾਲੇ 3x3 ਮੈਟ੍ਰਿਕਸ ਦੇ ਨਾਲ ਪਰਿਭਾਸ਼ਿਤ ਕਰ ਸਕਦੇ ਹਾਂ, ਜੋ ਇਹਨਾਂ ਦੀਆਂ ਸਪਿਨ ਅਲਜਬਰਿਕ ਕਮਿਊਟੇਸ਼ਨ ਸ਼ਰਤਾਂ ਪੂਰੀਆਂ ਕਰਦੇ ਹੋਣ। ਤਾਂ ਸਪਿਨ ਅਲਜਬਰਿਕ ਕਮਿਊਟੇਸ਼ਨ ਸ਼ਰਤਾਂ ਜੋ ਪੂਰੀਆਂ ਕਰਦੇ ਹੁੰਦੇ ਹੋ ਸਕਦੇ ਆ, ਇਹ 3x3 ਮੈਟ੍ਰਿਕਸ ਹੋਣੇ ਚਾਹੀਦੇ ਹਨ। ਇੱਥੇ ਸਿਗਮਾ Z, ਸਿਗਮਾ Y ਅਤੇ ਸਿਗਮਾ X ਲਈ ਇੱਕ ਨਮੂਨਾ ਦਿੱਤਾ ਗਿਆ ਹੈ। ਇੱਥੇ 3 ਕੰਪੋਨੈਂਟ ਲਿਖੇ ਗਏ ਨੇ। ਸਿਗਮਾ Z ਹੈ ਪਹਿਲਾਂ, ਇਹ ਆਇਓਟਾ ਦੇ ਨਾਲ ਮਲਟੀਪਲਾਈਡ ਹੋ ਕੇ 0 1 0 ਤੇ -1 0 0 ਤੇ ਤੀਜੀ ਲਾਈਨ 'ਚ 0 0 0 ਤੇ ਦੂਜਾ ਹੈਗਾ ਸਿਗਮਾ Y, ਆਇਓਟਾ ਦੇ ਨਾਲ 0 0 1 0 0 0 -1 0 0 ਤੇ ਤੀਜਾ ਸਿਗਮਾ X ਹੈਗਾ ਆਇਓਟਾ ਦੇ ਨਾਲ ਮਲਟੀਪਲਾਈ 0 0 0 0 0 1 0 -1 0। ਇਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਯਾਦ ਕਰ ਸਕਦੇ ਹਾਂ ਕਿ ਸਿਗਮਾ Z ਦੇ ਲਈ ਤੀਜੀ ਲਾਈਨ ਹੈ ਜੋ, ਤੇ ਤੀਜਾ ਕਾਲਮ ਹੈ ਜੋ, ਇਹ 0 ਹੈ। ਇਹ ਵਾਲਾ ਪੂਰਾ ਕਾਲਮ 0 ਹੈ ਤੇ ਤੀਜੀ ਲਾਈਨ ਵੀ 0 ਹੈ। ਇਹ ਪਹਿਲੀ ਲਾਈਨ ਹੈ, ਦੂਜੀ ਹੈ, ਤੀਜੀ ਹੈ। ਤੀਜੀ ਲਾਈਨ ਤੇ ਕਾਲਮ ਦੋਨੋਂ 0 ਹੈ। Y ਦੇ ਲਈ ਦੂਜੀ ਲਾਈਨ ਹੈ ਤੇ ਦੂਜਾ ਕਾਲਮ ਹੈ, ਇਹ 0 ਹੈ। ਇਹ ਸਾਰੇ 0 ਹੈ, ਦੂਜੀ ਲਾਈਨ ਹੈ ਜੋ, ਇਹ ਦੂਜਾ ਕਾਲਮ ਵੀ ਸੈਂਟਰ ਵਾਲਾ ਸੌਰੀ ਇਹ ਕਾਲਮ 0 ਹੈ ਤੇ ਇਹ ਲਾਈਨ ਜੋ ਕਤਾਰ ਹੈ ਇਹ ਵੀ 0 ਹੈ। ਸਿਗਮਾ X ਦੇ ਲਈ ਪਹਿਲੀ ਲਾਈਨ ਤੇ ਪਹਿਲੀ ਕਤਾਰ ਦੋਨੋਂ 0 ਨੇ, ਪਹਿਲਾ ਕਾਲਮ ਵੀ ਪਹਿਲੀ ਰੋ ਵੀ। ਹਾਂ, ਇਹਨਾਂ ਦਾ ਯਾਦ ਰੱਖਣ ਦਾ ਤਰੀਕਾ ਹੈ। ਤੇ ਬਾਕੀ ਇਹ ਆਫ ਡਾਇਗਨਲ 1 -1 ਨੇ, ਇੱਥੇ 1 -1 ਹੈ, ਇੱਥੇ ਦੂਰ ਦੋਨੋਂ ਆਪਸ ਵਿੱਚ ਦੂਰੀ ਤੇ ਨੇ, ਤੇ ਸਿਗਮਾ ਐਕਸ ਦੇ ਵਿੱਚ ਇੱਥੇ 1 -1 ਆਉਂਦਾ ਆਫ ਡਾਇਗਨਲ ਉਲਟੇ ਪਾਸੇ ਨੂੰ। ਇਹ ਇਸ ਤਰੀਕੇ ਨਾਲ ਯਾਦ ਕਰਕੇ ਲਿਖੇ ਜਾ ਸਕਦੇ ਆ। ਪਾਠਕ ਨੋਟ ਕਰ ਸਕਦੇ ਹਾਂ ਕਿ ਸਿਗਮਾ Z ਦਾ ਕਾਲਮ, ਤੀਜਾ ਕਾਲਮ ਤੇ ਤੀਜੀ ਕਤਾਰ ਖਾਲੀ ਹੁੰਦੀ ਹੈ। ਸਿਗਮਾ Y ਦਾ ਦੂਜਾ ਕਾਲਮ ਤੇ ਦੂਜੀ ਕਤਾਰ ਖਾਲੀ ਹੁੰਦੀ ਹੈ, ਤੇ ਇਸੇ ਤਰ੍ਹਾਂ ਸਿਗਮਾ X ਦੀ ਪਹਿਲੀ ਕਤਾਰ ਤੇ ਪਹਿਲਾ ਕਾਲਮ ਖਾਲੀ ਹੁੰਦੇ ਹਨ। ਸਾਰੇ ਮੈਟ੍ਰਿਕਸਾਂ ਦੇ ਵਿੱਚ ਇੱਕ ਖਾਸ ਸਿਮੈਟਰੀ ਹੈ। ਹਰੇਕ ਵਿੱਚ ਇੱਕ 1 ਹੈ ਤੇ ਇੱਕ -1 ਹੈ। ਇਹ ਸਾਰੇ ਮੈਟ੍ਰਿਕਸ ਤਿਰਛੇ ਐਲੀਮੈਂਟਾਂ ਦੇ ਉਲਟ ਚਿੰਨ੍ਹ ਰੱਖਣ ਵਾਲੇ ਐਂਟੀ ਸਿਮੈਟ੍ਰਿਕ ਮੈਟ੍ਰਿਕਸ ਹੁੰਦੇ ਹਨ। ਅਤੇ ਉਹ ਕਾਲਮ ਅਤੇ ਸਿਰਫ ਉਹ ਕਾਲਮ ਅਤੇ ਉਹ ਕਤਾਰਾਂ ਸਿਫਰਾਂ ਰੱਖਦੀਆਂ ਜੋ ਸੰਬੰਧਿਤ ਐਕਸਿਸ ਦੇ ਨੰਬਰ ਨਾਲ ਸੰਬੰਧਿਤ ਹੁੰਦੀਆਂ। ਜਿਵੇਂ ਅਸੀਂ Z ਐਕਸਿਸ ਨੂੰ 3 ਤੇ Y ਨੂੰ 2, X ਐਕਸਿਸ ਨੂੰ ਅਸੀਂ 1 ਨੰਬਰ ਧੁਰਾ ਮੰਨਦੇ ਹਾਂ, ਕਿਉਂਕਿ X Y Z ਜਿਵੇਂ X 1 ਨੰਬਰ 'ਤੇ ਹੈ, Y 2 ਨੰਬਰ 'ਤੇ ਅਤੇ Z 3 ਨੰਬਰ 'ਤੇ ਆ। ਉਸ ਤਰੀਕੇ ਨਾਲ ਇਹ ਨੰਬਰ ਨੇ ਜੋ ਉਨੇ ਨੰਬਰ ਦੀ ਕਤਾਰ ਤੇ ਕਾਲਮ 0 ਹੁੰਦੇ ਉਹਨਾਂ ਦੇ। ਇਹੋ ਜਿਹੇ ਬਹੁਤ ਸਾਰੇ ਨਮੂਨੇ ਹੋਰ ਵੀ ਬਣਾਏ ਜਾ ਸਕਦੇ ਹਨ ਜੋ ਸਾਰੇ ਇੱਕ ਸਮਾਨ ਹੀ ਕੰਮ ਕਰਦੇ ਹਨ। ਆਓ ਅਸੀਂ ਸਪਿਨ ਜੀ ਦੀਆਂ ਆਈਗਨ ਅਵਸਥਾਵਾਂ ਦੀ ਖੋਜ ਕਰੀਏ। ਇਸ ਵਾਰ ਅਸੀਂ ਜੀ ਧੁਰੇ ਨੂੰ ਮੈਟ੍ਰਿਕਸਾਂ ਦੇ ਡਾਇਗਨਲ ਦੇ ਉੱਤੇ ਨਹੀਂ ਚੁਣਾਂਗੇ, ਪਰ ਫਿਰ ਵੀ ਅਸੀਂ ਆਈਗਨ ਅਵਸਥਾਵਾਂ ਲੱਭ ਸਕਦੇ ਹਾਂ। ਹੁਣ ਅਸੀਂ ਸਪਿਨ ਅਵਸਥਾਵਾਂ ਕੈਟ ਵੈਕਟਰ ਵਿੱਚ ਇੱਕ ਹੋਰ ਆਯਾਮ ਗਾਮਾ ਵੀ ਜੋੜ ਸਕਦੇ ਹਾਂ। ਸਪਿਨ ਅਵਸਥਾ ਵੈਕਟਰ ਅਲਫਾ ਬੀਟਾ ਗਾਮਾ, ਇਹ ਕਾਲਮ ਵੈਕਟਰ ਅਸੀਂ ਅਲਫਾ ਬੀਟਾ ਗਾਮਾ ਦੇ ਨਾਲ 3 ਵਾਰੀ 3 ਚੀਜ਼ਾਂ ਲਿਖ ਕੇ ਬਣਾ ਸਕਦੇ ਹਾਂ। ਸਭ ਤੋਂ ਪਹਿਲਾਂ ਸਿਗਮਾ ਜੀ ਦੀ ਇਸ ਦੇ ਉੱਤੇ ਆਪਰੇਸ਼ਨ ਕਰਦੇ ਹਾਂ ਇਸਦਾ, ਤੇ
ਤਿੰਨੇ ਆਈਗਨ ਮੁੱਲਾਂ +1 0 ਤੇ -1 ਦੇ ਨਾਲ ਇਹਨਾਂ ਦੇ ਸੰਬੰਧਿਤ ਅਲਫਾ ਅਤੇ ਬੀਟਾ ਅਤੇ ਗਾਮੇ ਦਾ ਮੁੱਲ ਪਤਾ ਕਰਦੇ ਹਾਂ। ਸਭ ਤੋਂ ਪਹਿਲਾਂ +1 ਆਈਗਨ ਮੁੱਲ ਨੂੰ ਲੈਂਦੇ ਹਾਂ। ਤਾਂ ਪਹਿਲਾਂ ਸਿਗਮਾ ਜੀ ਲਿਆ ਸੀ ਉੱਪਰ ਜੋ ਲਿਖਿਆ ਹੈ ਪਹਿਲੇ ਵਾਲਾ, ਤੇ ਇਸਦਾ ਅਲਫਾ ਬੀਟਾ ਗਾਮਾ ਨਾਲ ਮਲਟੀਪਲਾਈ ਕਰਕੇ ਸਾਨੂੰ +1 ਦੀ ਆਈਗਨ ਅਵਸਥਾ ਸਾਨੂੰ ਵਾਪਸ ਮਿਲਣੀ ਚਾਹੀਦੀ ਹੈ। ਤੇ ਇਸ ਦੇ ਲਈ ਸਾਨੂੰ ਇੱਥੇ ਇਹਨੂੰ ਮਲਟੀਪਲਾਈ ਕਰੇ ਤੇ ਸਾਨੂੰ ਪਹਿਲੀ ਲਾਈਨ ਨੂੰ ਇੱਧਰ ਮਲਟੀਪਲਾਈ ਕਰਾਂਗੇ ਤਾਂ ਅਲਫਾ ਨਹੀਂ ਆਏਗਾ, ਤੇ ਇੱਥੇ ਬੀਟਾ ਦੇ ਨਾਲ ਮਾਈਨਸ ਅਯੋਟਾ ਆਏਗਾ, ਮਾਈਨਸ ਅਯੋਟਾ ਬੀਟਾ। ਤੇ ਦੂਜੀ ਲਾਈਨ ਨੂੰ ਅਸੀਂ ਮਲਟੀਪਲਾਈ ਕਰਾਂਗੇ ਤਾਂ ਪਹਿਲਾਂ ਮਾਈਨਸ ਅਯੋਟਾ ਅਲਫਾ ਆਏਗਾ, ਮਾਈਨਸ ਅਯੋਟਾ ਅਲਫਾ, ਤੇ ਬਾਕੀ ਦੋਨੋਂ 0 ਰਹਿਣਗੇ ਤੇ ਤੀਜੀ ਲਾਈਨ ਵਿੱਚ 0 ਹੀ ਆਏਗੀ। ਤਾਂ ਇਹ ਕੰਡੀਸ਼ਨ ਸਾਨੂੰ ਮਿਲਦੀ ਹੈ ਇੱਥੇ, ਤੇ ਇਸ ਨੂੰ ਅਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ 1/√2 ਤੇ ਮਾਈਨਸ ਅਯੋਟਾ √2। ਇਹ ਸਾਨੂੰ ਦੱਸਦਾ ਹੈ ਕਿ ਜਿਹੜਾ ਇੱਥੇ ਅਲਫਾ ਹੈ ਉੱਪਰ, ਇਹ ਵਾਲਾ ਅਲਫਾ, ਇਹ ਮਾਈਨਸ ਅਯੋਟਾ ਬੀਟਾ ਹੋਣਾ ਚਾਹੀਦਾ ਹੈ ਅਤੇ ਗਾਮਾ 0 ਹੋਣਾ ਚਾਹੀਦਾ ਹੈ। ਕਿਉਂਕਿ ਮਲਟੀਪਲੀਕੇਸ਼ਨ ਕਰਕੇ ਸਾਨੂੰ ਇਹ ਚੀਜ਼ ਮਿਲਦੀ ਹੈ, ਅਯੋਟਾ ਮਾਈਨਸ ਅਲਫਾ ਇਜ਼ ਇਕੁਅਲ ਟੂ ਮਾਈਨਸ ਅਯੋਟਾ ਬੀਟਾ ਹੋਣਾ ਚਾਹੀਦਾ ਹੈ। ਇਹ ਸਥਿਤੀ ਸਪਿਨ ਹਾਫ ਵਾਲੀ ਵਾਈ ਕੰਪੋਨੈਂਟ ਨਾਲ ਮਿਲਦੀ ਜੁਲਦੀ ਹੈ। ਇਸ ਦੇ ਲਈ ਅਸੀਂ ਇੱਥੇ ਅਲਫਾ ਅਤੇ ਬੀਟਾ ਦਾ ਮੁੱਲ 1/√2 ਤੇ ਮਾਈਨਸ ਅਯੋਟਾ √2 ਲੈ ਸਕਦੇ ਹਾਂ। ਜਿਵੇਂ ਅਸੀਂ ਪਹਿਲਾਂ 2 ਡਿਮੈਂਸ਼ਨਾਂ ਦੇ ਵਿੱਚ ਕੀਤਾ ਸੀ, ਇੱਥੇ ਅਸੀਂ 3 ਡਿਮੈਂਸ਼ਨਾਂ ਦੇ ਵਿੱਚ ਵੀ ਇਹ ਵਾਈ ਵਾਲੇ ਮੁੱਲ ਨੇ ਜੋ ਅਲਫਾ ਬੀਟਾ ਦੇ 1/√2 ਤੇ ਮਾਈਨਸ ਅਯੋਟਾ √2 ਲੈ ਸਕਦੇ ਹਾਂ। ਇਹ ਮੁੱਲ ਆਈਗਨ ਮੁੱਲ m ਇਜ਼ ਇਕੁਅਲ ਟੂ +1 ਦੇ ਨਾਲ ਸੰਬੰਧ ਰੱਖਦਾ ਹੈ। ਤੇ -1 ਦੇ ਲਈ ਇਹੀ ਮੁੱਲ ਉਲਟ ਚਿੰਨ੍ਹ ਦੇ ਨਾਲ ਇਸ ਤਰੀਕੇ ਨਾਲ ਬਣੇਗਾ। ਫਿਰ ਇੱਥੇ ਸਾਨੂੰ -1 ਚਾਹੀਦਾ, ਤਾਂ ਇਹਨਾਂ ਦਾ ਸਾਰਾ ਚਿੰਨ੍ਹ ਅਸੀਂ ਉਲਟਾ ਕੇ ਲਿਖ ਸਕਦੇ ਹਾਂ। -1 ਦੇ ਨਾਲ ਮਲਟੀਪਲਾਈ ਕਰਕੇ, ਤਾਂ ਅਯੋਟਾ ਬੀਟਾ ਅਯੋਟਾ ਅਲਫਾ 0, ਤੇ ਅਯੋਟਾ ਬੀਟਾ ਦੀ ਜਗ੍ਹਾ ਅਸੀਂ 1/√2 ਲਿਖਾਂਗੇ, ਤੇ ਅਯੋਟਾ ਅਲਫਾ ਦੀ ਜਗ੍ਹਾ ਅਯੋਟਾ √2 ਲਿਖਾਂਗੇ ਤੇ ਥੱਲੇ 0 ਲਿਖਾਂਗੇ। ਤੇ ਤੀਜੇ ਆਈਗਨ ਮੁੱਲ m ਇਜ਼ ਇਕੁਅਲ ਟੂ 0 ਦੇ ਲਈ ਇਹ ਆਈਗਨ ਵੈਕਟਰ ਇਸ ਤਰੀਕੇ ਨਾਲ ਬਣੇਗਾ। ਇੱਥੇ m ਇਜ਼ ਇਕੁਅਲ ਟੂ 0 ਹੈ। ਇੱਥੇ ਉੱਪਰ 0 ਆਏਗਾ, ਬੀਟਾ ਵਾਲੀ ਜਗ੍ਹਾ 'ਤੇ 0 ਆਏਗਾ, ਗਾਮਾ ਦੀ ਵੈਲਿਊ ਇੱਥੇ 1 ਆਏਗੀ। ਇਸ ਦਾ ਕਾਰਨ ਹੋਰ ਹੈ, ਹੁਣ ਇਹ ਸਪਸ਼ਟ ਹੋ ਜਾਏਗਾ ਕਿ ਇਸ ਦਾ ਕਾਰਨ ਕੀ ਹੈ। ਧਿਆਨ ਦਿਓ ਕਿ ਜਦੋਂ ਤੁਸੀਂ ਅਲਫਾ ਤੇ ਗਾਮਾ ਦੇ ਦੋਵੇਂ ਮੁੱਲਾਂ ਦੇ ਵਿੱਚ 0 ਭਰ ਦਿੰਦੇ ਆ, ਅਲਫਾ ਤੇ ਬੀਟਾ ਦੇ ਮੁੱਲਾਂ ਦੇ ਵਿੱਚ, ਇੱਥੇ ਗਾਮਾ ਲਿਖਿਆ ਗਿਆ ਵੈਸੇ ਗਲਤ ਹੈ, ਇੱਥੇ ਅਲਫਾ ਤੇ ਬੀਟਾ ਦੋਵਾਂ ਦੇ ਮੁੱਲ 0 ਹੋਣ ਤਾਂ ਪ੍ਰੋਬੇਬਿਲਿਟੀ 1 ਦੇ ਲਈ ਗਾਮੇ ਦਾ ਮੁੱਲ 1 ਲੈਣਾ ਪਵੇਗਾ, ਕਿਉਂਕਿ ਇੱਥੇ ਅਗਰ ਦੋਵੇਂ ਮੁੱਲ ਅਲਫਾ ਤੇ ਬੀਟਾ 0 ਹੋਣਗੇ ਤਾਂ ਇਹ ਪ੍ਰੋਬੇਬਿਲਿਟੀ 1 ਹੋਰ ਦੇ ਲਈ ਇੱਥੇ ਗਾਮੇ ਦਾ ਮੁੱਲ 1 ਲੈਣਾ ਪਏਗਾ ਸਾਨੂੰ। ਇਸ ਦੇ ਨਾਲ ਹੀ ਸਾਡਾ ਸਪਿਨ 1 ਵਾਲਾ ਟੌਪਿਕ ਸਮਾਪਤ ਹੁੰਦਾ ਹੈ ਤੇ ਅੱਜ ਦਾ ਕੁਆਂਟਮ ਫੀਲਡ ਥਿਊਰੀ ਦਾ ਭਾਗ 12 ਵੀ ਸਮਾਪਤ ਹੁੰਦਾ ਹੈ।
ਤੇ ਅਗਲੇ ਭਾਗ ਵਿੱਚ ਆਪਾਂ ਸਪਿਨਰ ਬਾਰੇ ਪੜ੍ਹਾਂਗੇ ਭਾਗ 13 ਦੇ ਵਿੱਚ। ਵੀਡੀਓ ਦੇਖਣ ਲਈ ਧੰਨਵਾਦ।